ਸਾਰੇ ਸੁਣਨ ਵਾਲੇ ਬਹੁਤ ਸਿਆਣੇ ਨੇ, ਬੜੇ ਸੂਝਵਾਨ ਨੇ, ਉਹ ਜਿਸ ਕਾਰਨ ਲੋੜ ਪਈ ਦੁਬਾਰਾ ਗੱਲ ਕਰਨ ਦੀ। ਇਹਦੇ ਵਿੱਚੋਂ ਸਾਡੀ ਟਾਕ ਜਿਹੜੀ ਆਪਾਂ ਕਰਦੇ ਹਾਂ, ਪਹਿਲੀ ਗੱਲ ਤਾਂ ਉਹਦੇ ਵਿੱਚੋਂ ਕੁਝ ਅੰਸ਼ ਆਡੀਓ ਕੱਢ ਕੇ ਜਿਹਦਾ ਅੱਗਾ ਪਿੱਛਾ ਦੱਸਿਆ ਨਹੀਂ ਜਾਂਦਾ, ਉਹ ਬੜੀ ਵਾਈਡਲੀ ਸਰਕੂਲੇਟ ਕਰ ਦਿੱਤੀ ਜਾਂਦੀ ਹੈ, ਜਿਸ ਚ ਹਟਦੇ ਨਹੀਂ। ਕੀ ਕਰੀਏ ਜੀ, ਪਤਾ ਨਹੀਂ ਕਿਉਂ ਇਹਨਾਂ ਨੂੰ ਬਿਮਾਰੀ ਪਈ ਹੈ ਇਹ। ਉਹਦੇ ਵਿੱਚ ਉਹਦਾ ਨੁਕਸਾਨ ਇਹ ਹੁੰਦਾ ਜੀ ਕਿ ਜਦੋਂ ਅੱਧ ਪਚੱਧ ਜਾਣਕਾਰੀ ਲਈ ਜਾਂਦੀ ਹੈ, ਉਹ ਕਈ ਵਾਰ ਸਗੋਂ ਨੁਕਸਾਨ ਕਰ ਦਿੰਦੀ ਹੈ, ਫਾਇਦਾ ਨਹੀਂ ਕਰਦੀ। ਮਿਸਾਲ ਵਜੋਂ ਸਾਡੇ ਕੋਲ ਐਡਮਿਟ ਹੋਏ, ਹੁਣ ਮੈਂ ਤੁਹਾਨੂੰ ਸਿੰਪਲ ਜੀ ਗੱਲ ਇਸ ਤੋਂ ਪਹਿਲਾਂ ਕਿ ਅਗਲੀ ਗੱਲ ਸ਼ੁਰੂ ਕਰਾਂ ਕਿ ਜ਼ਿਕਰ ਕੀਤਾ ਸੀ ਆਪਾਂ ਕਿ ਕੋਧਰੇ 'ਚ, ਜੋ ਮੈਂ ਹੁਣ ਵੀ ਦੁਬਾਰਾ ਜ਼ਿਕਰ ਕਰਾਂਗੀ ਅੱਜ ਤੱਕ ਇਹ ਯਾਦ ਰਵੇ ਕਿ ਇਹਦੇ ਵਿੱਚ ਇੱਕ ਕਿਸਮ ਦਾ ਜ਼ਹਿਰ ਹੈ, ਉੱਲੀ ਜਿਹੜੀ ਇਹਨੂੰ ਜ਼ਹਿਰੀਲਾ ਬਣਾ ਦਿੰਦੀ ਹੈ। ਸੋ ਉਹ ਸੁਣੇ ਬਗੈਰ ਪ੍ਰੋਸੈਸ ਕੋਧਰਾ ਖਾਦਾ ਵੀ, ਤੇ ਉਹ ਆ ਕੇ ਉਹਨਾਂ ਨੂੰ ਲਕਵਾ ਵੀ ਮਾਰਿਆ, ਜਿਹੜੇ ਇੱਥੇ ਬਜ਼ੁਰਗ ਸਨ ਜਿਨ੍ਹਾਂ ਨੂੰ ਹੋਇਆ। ਪਰ ਗੱਲ ਇਹ ਹੈ ਕਿ ਉਹਨਾਂ ਨੇ ਜਦੋਂ ਮਿਲਣ, ਉਹਨਾਂ ਦਾ ਬੰਦਾ ਕੋਈ ਨਾਲ ਆਇਆ, ਉਹ ਮੈਨੂੰ ਆ ਕੇ ਕਹਿ ਰਿਹਾ ਕਿ ਪ੍ਰੋਗਰਾਮ ਸੁਣਿਆ ਸੀ, ਇਹਦੇ ਵਿੱਚ ਪਤਾ ਲੱਗਿਆ ਤਾਂ ਹੀ ਕੋਧਰਾ ਖਾਦਾ। ਪਰ ਉਹਨਾਂ ਨੂੰ ਪੂਰੀ ਇਨਫੋਰਮੇਸ਼ਨ ਨਾ ਹੋਣ ਨਾਲ ਇਹ ਨੁਕਸਾਨ ਹੋ ਜਾਂਦੇ ਨੇ। ਮੈਂ ਇਸ ਕਰਕੇ ਫਿਰ ਬੇਨਤੀ ਕਰਦੀ ਹਾਂ ਕਿ ਸ਼ੇਅਰ ਜ਼ਰੂਰ ਕਰੋ, ਕਿਸੇ ਹੋਰ ਦਾ ਫਾਇਦਾ ਹੋਏਗਾ, ਪਰ ਕਿਰਪਾ ਕਰਕੇ ਆਪਾਂ ਉਹਨਾਂ ਕਰਿਆ ਕਰੀਏ ਹਿੱਸਾ ਜਿਹਦੇ ਨਾਲ ਫਾਇਦਾ ਹੋ ਸਕੇ। ਨਹੀਂ, ਸਾਰੀ ਗੱਲ ਹੀ ਕਿ ਗੱਲ ਸੁਣੋ, ਤੁਸੀਂ ਸਾਰੀ ਗੱਲ ਹੀ ਕਰ ਦਿਓ। ਅੱਜ ਕੱਲ੍ਹ ਜੇ 15 ਮਿੰਟਾਂ ਦੀ ਆਡੀਓ ਕੱਟ ਕੇ ਪਾਉਣੀ ਹੈ ਜਾਂ ਕੁਛ ਵੀ ਪਾਉਣਾ ਹੈ ਤਾਂ ਲਗਭਗ ਪੈ ਜਾਂਦੀ ਹੈ ਜੀ। ਉਹਨੂੰ ਸ਼ਾਰਟ ਕਰ ਦਿਓ, ਸਾਰਾ ਕੁਛ ਕਰ ਦਿਓ। ਹੁਣ ਜੇ ਤੁਸੀਂ ਭਾਈ ਉਨੀ ਕੀ ਗੱਲ ਕਰਨੀ, ਅਸਲ ਦੇ ਵਿੱਚ ਨਾ ਇਹ ਵੀ ਇੱਕ ਸਾਜ਼ਿਸ਼ ਹੈ ਜੀ। ਅਸਲ ਮੈਨੂੰ, ਕਿਉਂਕਿ ਜਿੰਨੀਆਂ ਇਹ ਚੀਜ਼ਾਂ ਵਾਇਰਲ ਹੁੰਦੀਆਂ ਨਾ, ਇਹ ਮਕਸਦ ਹੁੰਦਾ ਇਹਨਾਂ ਦਾ ਕਿ ਬੰਦਾ ਸਹੀ ਲੀਹੇ ਨਾ ਚੜ੍ਹ ਜੇ। ਜੀ ਬਿਲਕੁਲ। ਦੇਖੋ, ਮੈਂ ਉਹਦੇ ਵਿੱਚ ਤਰੀਕਾ ਦੱਸਿਆ ਸੀ ਕਿ ਕਿਵੇਂ ਤੁਸੀਂ ਜਦੋਂ ਮਿਗਰੇਨ ਹੋ ਰਿਹਾ ਹੋਵੇ, ਕਿਵੇਂ ਤੁਸੀਂ ਇਸ ਤੋਂ ਫਾਇਦਾ ਲੈ ਸਕਦੇ ਹੋ। ਜੋ ਉਹ ਜਿਸ ਤਰੀਕੇ ਵਰਤਿਆ ਗਿਆ, ਉਹ ਚਲੋ ਰੱਬ ਭਲਾ ਕਰੇ ਸਾਰਿਆਂ ਦਾ, ਪਰ ਆਪਾਂ ਮਕਸਦ ਕਿਸੇ ਦਾ ਫਾਇਦਾ ਹੋ ਜਾਵੇ ਉਸ ਕਰਕੇ ਹੈ, ਨਾ ਕਿ ਇਸ ਤਰ੍ਹਾਂ ਕਿਸੇ ਦਾ ਨੁਕਸਾਨ ਕਰਨ ਵਾਲਾ ਕੰਮ ਨਾ ਕੀਤਾ ਜਾਏ। ਸੋ ਬਿਹਤਰ ਹੈ ਕਿ ਆਪਾਂ ਸਭ ਤੋਂ ਪਹਿਲਾਂ, ਮੈਂ ਸ਼ੁਰੂ ਹੀ ਹੁਣ ਉਸ ਤੋਂ ਕਰਾਂਗੀ ਕਿ ਕੋਧਰਾ ਫਾਇਦਾ ਜ਼ਰੂਰ ਦਿੰਦਾ ਜੇ। ਸਦੀਆਂ ਤੋਂ, ਹਜ਼ਾਰਾਂ ਸਾਲਾਂ ਤੋਂ, ਜਦ ਤੋਂ ਮਨੁੱਖੀ ਹੋਂਦ ਦਾ ਪਤਾ ਲੱਗਿਆ, ਕੋਧਰੇ ਬਾਰੇ ਜ਼ਿਕਰ ਹੁੰਦਾ ਰਿਹਾ। ਤੇ ਗੁਰੂ ਨਾਨਕ ਸਾਹਿਬ ਵੇਲੇ ਇਹ ਇੱਕਦਮ ਬਹੁਤ ਜ਼ਿਆਦਾ ਇਹਦਾ ਚਰਚਾ ਦੇ ਵਿੱਚ ਇਹ ਅੰਨ ਆਇਆ, ਤੇ ਹੁਣ ਤੱਕ ਵੀ ਇਹਨੂੰ ਦੇਖੋ, ਇੱਥੋਂ ਤੱਕ ਕਹਿ ਦਿੱਤਾ ਗਿਆ ਕਿ ਇਹ ਅੰਤੜੀਆਂ, ਦਿਲ, ਦਿਮਾਗ ਨੂੰ ਤੰਦਰੁਸਤ ਕਰ ਸਕਦਾ ਹੈ। ਐਂਟੀਆਕਸੀਡੈਂਟ ਨੰਬਰ 1 ਨੇ। ਜਾਨਵਰਾਂ ਵਿੱਚ ਵੀ ਜਿਹੜੀਆਂ ਖੋਜਾਂ ਹੋਈਆਂ, ਉਹਨਾਂ 'ਚ ਪਤਾ ਲੱਗਿਆ ਕਿ ਉਹਨਾਂ ਨੂੰ, ਜਿਨ੍ਹਾਂ ਨੇ ਇਹ ਜੰਗਲੀ ਉੱਗਿਆ ਬੂਟਾ ਖਾ ਰਹੇ ਸਨ, ਉਹਨਾਂ ਨੂੰ ਬਿਮਾਰੀਆਂ ਘੱਟ ਹੋਈਆਂ, ਕਾਫੀ ਘੱਟ, ਜਿੱਥੋਂ ਇਹ ਅੰਦਾਜ਼ਾ ਲਾਇਆ ਗਿਆ ਕਿ ਹਿਊਮਨ ਬੀਇੰਗਸ ਲਈ ਯੂਜ਼ ਕੀਤਾ ਜਾਏ ਤਾਂ ਸ਼ਾਇਦ ਕਾਫੀ ਫਾਇਦੇਮੰਦ ਹੋਏਗਾ ਜੀ। ਇੱਕੋ ਇੱਕ ਇਹ ਹੈ ਮਿਗਰੇਨ ਲਈ, ਜਿਵੇਂ ਮੈਂ ਦੱਸਣ ਲੱਗਿਆ, ਪਰ ਉਸ ਤੋਂ ਪਹਿਲਾਂ ਮੈਂ ਫਿਰ ਦੁਹਰਾ ਦਿਆਂ ਕਿ ਇਹ ਜ਼ਹਿਰ ਕਿਉਂ ਹੈ ਜੀ। ਦੇਖੋ, ਕੋਧਰੇ ਦੀ ਰੋਟੀ ਨਾਲ ਜੇ ਅਸੀਂ ਦਾਲ ਖਾ ਲਈ ਜਾਵੇ, ਇਹਦਾ ਮਤਲਬ ਸਮਝ ਲਓ ਕੋਧਰਾ, ਰਾਗੀ ਮਿਕਸ ਕੀਤਾ ਹੋਏ, ਤੇ ਇਹ ਆਟਿਆਂ ਦੇ ਨਾਲ ਜੇ ਦਾਲ ਖਾਧੀ ਜਾਏ ਤਾਂ ਇਹ ਮੀਟ ਤੋਂ ਲਗਭਗ ਬਰਾਬਰ ਜਾਂ ਮ੍ਰਿਤਕ ਵੱਧ ਤਗੜੀ ਖੁਰਾਕ ਬਣ ਜਾਂਦੀ ਹੈ। ਅੱਛਾ ਜੀ। ਹੁਣ ਇਹਨੂੰ, ਕਿਉਂਕਿ ਇਹਦਾ ਨਾਮ ਨਿਊਟਰਾਸਿਊਟੀਕਲ ਜਾਂ ਸੰਤੁਲਿਤ ਅੰਨ ਦੇ ਦਿੱਤਾ ਗਿਆ, ਕਿਉਂਕਿ ਇਹਦੇ ਫਾਇਦੇ ਬੜੇ ਕਮਾਲ ਦੇ ਦਿਸੇ ਜੋ ਹੋਰ ਅੰਨਾਂ ਵਿੱਚ ਨਹੀਂ ਸਨ ਜੀ। ਇਸੇ ਕਰਕੇ ਇਹਦਾ ਇੰਟਰਨੈਸ਼ਨਲ ਲੈਵਲ ਤੇ ਇਹਦਾ ਜੋ ਇਮੀਡੀਏਟਲੀ ਇਹਦਾ ਪਹੁੰਚਿਆ ਕਿ ਝੱਸ ਪੈ ਗਿਆ ਫੂਡ ਪ੍ਰੋਸੈਸਿੰਗ ਕੰਪਨੀਆਂ ਦਾ, ਜਿਨ੍ਹਾਂ ਨੇ ਇੰਟਰਨੈਸ਼ਨਲ ਲੈਵਲ ਤੇ ਇਹਦਾ ਉਪਮਾ, ਡੋਸਿਆਂ ਦਾ, ਕੇਸਰੀ, ਹਲਵਾ, ਪਾਪੜ, ਪਕੌੜੇ, ਕੇਕ, ਕਾਂਜੀ, ਕੀ ਛੱਡੋ, ਕੋਈ ਇਡਲੀ ਤੋਂ ਲੈ ਕੇ ਪੁਡਿੰਗ, ਮਠਿਆਈਆਂ ਤੱਕ, ਬਿਸਕੁਟ, ਰਸ, ਹਰ ਚੀਜ਼ ਇਹਦੀ ਸ਼ੁਰੂ ਕਰ ਦਿੱਤੀ ਹੋਈ ਹੈ। ਉਹਦੇ ਵਿੱਚ ਇੱਕ ਮਾਡਰਨ ਫੂਡ ਦੇ ਅੰਡਰ ਨੰਬਰ 1 ਅੱਜ ਵੀ ਰਾਗੀ ਹੈ, ਪਰ ਨੰਬਰ 2 ਇਸ ਵੇਲੇ ਕੋਧਰਾ ਗਿਣਿਆ ਜਾਣ ਲੱਗ ਗਿਆ। ਹੁਣ ਇਹਦੇ ਵਿੱਚ ਕਿਉਂਕਿ ਕੰਪਨੀਆਂ ਦਾ ਨਿੱਜੀ ਫਾਇਦਾ ਬਹੁਤ ਹੈ, ਇੰਟਰਨੈਸ਼ਨਲ ਡਿਮਾਂਡ ਬਹੁਤ ਤਗੜੀ ਵਧੀ ਹੈ ਜੀ। ਸੋ ਇਹਨੂੰ ਹੁਣ ਵੱਡੀ ਪੱਧਰ ਤੇ ਕੋਧਰਾ, ਜੋ ਕਿ ਜੰਗਲੀ ਬੂਟੀ ਹੁੰਦੀ ਸੀ, ਜਿਹਨੂੰ ਕਿ ਚੌਲਾਂ ਦੇ ਵਿੱਚ ਉੱਗੀ, ਜਿਹਨੂੰ ਅਸੀਂ ਰਾਈਸ ਗਰਾਸ ਹੀ ਕਹਿ ਦਿੰਦੇ ਸਾਂ ਵੀ ਇਹਨੂੰ ਪੱਟ ਕੇ ਬਾਹਰ ਸੁੱਟੋ, ਉਹ ਹੁਣ
ਖਾਸ ਤੌਰ ਤੇ ਬੀਜਿਆ ਜਾਣ ਲੱਗ ਗਿਆ। ਪਰ ਇਹਦਾ ਹੁਣ ਜਦੋਂ ਝਾੜ ਇਕੱਠਾ ਕਰਕੇ ਬੰਦ ਗੋਦਾਮਾਂ ਵਿੱਚ ਰੱਖਿਆ ਜਾਂਦਾ ਹੈ ਜੀ ਤਾਂ ਉੱਥੇ ਇੱਕ ਕਿਸਮ ਦੀ ਉੱਲੀ ਲੱਗ ਜਾਂਦੀ ਹੈ। ਸ਼ਾਇਦ ਜੇ ਸਮਝਣ ਦੀ ਕੋਸ਼ਿਸ਼ ਕਰਨ ਤਾਂ ਅੱਜ ਕੱਲ ਵੀ ਜਿਵੇਂ ਬਲੈਕ ਫੰਗਸ ਦਾ ਰੌਲਾ, ਧੜ ਲੋਕ ਇੰਨੀਆਂ ਮੌਤਾਂ ਹੋਈਆਂ, ਅੱਖਾਂ ਕੱਢੀਆਂ ਗਈਆਂ ਬਥੇਰਿਆਂ ਦੀਆਂ, ਬਹੁਤ ਵੱਡੇ ਮੇਜਰ ਆਪਰੇਸ਼ਨ ਹੋਏ ਜੀ। ਹੁਣ ਉੱਥੋਂ ਹੀ ਸ਼ਾਇਦ ਸਮਝ ਆ ਜਾਏ ਲੋਕਾਂ ਨੂੰ ਕਿ ਇਹ ਜੋ ਗੋਦਾਮ ਬੰਦ ਵਿੱਚ ਇਹ ਝਾੜ ਇਕੱਠਾ ਹੁੰਦਾ, ਇਹਨੂੰ ਉੱਥੇ ਉੱਲੀ ਲੱਗ ਜਾਂਦੀ ਹੈ, ਜਿਸ ਦੀ ਜੋ ਕਿਸਮਾਂ ਨੇ ਐਸਪਰਜਿਲਸ ਫਲੇਵਸ, ਐਸਪਰਜਿਲਸ ਟੈਮਾਰਾਈ ਜਾਂ ਪੈਮੋਪਸਿਸ ਪੈਸਪੈਲੀ, ਇਹ ਮਾੜੀ ਕਿਸਮ ਦੀ ਉੱਲੀ ਜੇ ਜੋ ਖਾਣ ਦੇ ਉੱਤੇ ਮੌਤ ਤੱਕ ਹੋ ਸਕਦੀ ਹੈ ਜੀ। ਇਹ ਘੱਟ ਮਾਤਰਾ ਵਿੱਚ ਵੀ ਜੇ ਇਸ ਤਰ੍ਹਾਂ ਦਾ ਕੋਧਰਾ ਜ਼ਹਿਰੀਲਾ ਖਾ ਲਿਆ ਜਾਏ ਤਾਂ ਇਨਸਾਨੀ ਸਰੀਰ ਦਾ ਨਾਸ ਵੱਜ ਸਕਦਾ। ਵੱਜਣਾ ਜੀ, ਜ਼ਹਿਰੀਲੀ ਚੀਜ਼ ਤਾਂ ਜ਼ਹਿਰੀਲੀ ਹੈ ਜੀ, ਤੁਸੀਂ ਵੀ ਸਿਆਣੇ। ਬਿਲਕੁਲ, ਤੇ ਸਿੱਧਾ ਤੁਰਿਆ ਨਾ ਜਾਣਾ, ਪੱਠੇ ਨਾ ਹਿਲਾ ਸਕਣੇ ਠੀਕ ਤਰੀਕੇ, ਗੱਲ ਸਮਝ ਆਉਣੀ ਬੰਦ ਹੋ ਜਾਣੀ, ਘਬਰਾਹਟ ਰਹਿਣੀ, ਧਿਆਨ ਦੀ ਕਲਾ, ਨਸਾਂ ਖਿੱਚੀਆਂ ਜਾਣੀਆਂ, ਪੱਠੇ ਸੁੰਗੜ ਜਾਣੇ, ਜੀ ਕੱਚਾ ਹੋਣ ਲੱਗ ਜਾਣਾ, ਉਲਟੀਆਂ, ਬੇਹੋਸ਼ੀ, ਯਾਨੀ ਇਹਦੇ ਵਿੱਚ ਇੱਕ ਜ਼ਹਿਰ ਜੇ ਸਾਈਕਲੋਪਾਇਓਜ਼ੋਨਿਕ ਐਸਿਡ ਜੋ ਉਹ ਇਹ ਸਾਰਾ ਕੁਛ ਕਰਦਾ ਜੇ, ਜਿਹਦੇ ਨਾਲ ਮੈਂ ਤੁਹਾਨੂੰ ਦੱਸਿਆ ਉਹਦੇ ਦੇ ਪਾਸਾ ਖੜਿਆ ਵੀ ਇੱਥੇ ਪਹੁੰਚੇ। ਇਹ ਬੇਨਤੀ ਜੇ ਪ੍ਰੋਸੈਸਡ ਫੂਡ ਤੱਕ ਧਿਆਨ ਨਾਲ ਲੈਣ, ਕੁਦਰਤੀ ਚੀਜ਼ ਤਾਜ਼ੀ ਹੀ ਚੰਗੀ ਰਹਿੰਦੀ ਹੈ। ਹੁਣ ਜੇ ਇਹ ਸਮਝ ਆ ਗਈ ਹੋਵੇ ਤਾਂ ਆਪਾਂ ਅੱਗੇ ਇਹਦੇ ਫਾਇਦੇ ਗਿਣਨੇ ਚਾਹੀਦੇ, ਬਣਾਉਣਾ, ਇਹਨੂੰ ਬਣਾਉਣ ਦੇ ਢੰਗ ਵੀ ਵੱਖਰੇ ਨੇ, ਕਿਵੇਂ ਘਰ 'ਚ ਵਰਤੀਏ, ਸਾਰਾ ਕੁਛ ਹੀ ਮੈਂ ਦੱਸਾਂਗੀ। ਪਰ ਬੇਨਤੀ ਇਹੀ ਹੈ ਕਿ ਵਿੱਚੋਂ ਥੋੜਾ ਟੋਟਾ ਜਦੋਂ ਦੇ ਦਿੰਦੇ ਹੋ, ਲੋਕ ਫਟਾਫਟ ਜਾਂਦੇ ਨੇ ਬਾਜ਼ਾਰ, ਧੜਾ ਪ੍ਰੋਸੈਸਡ ਡੱਬੇ ਵਿੱਚੋਂ ਬਿਸਕੁਟ ਚੱਕੇ, ਕੇਕ ਚੱਕੇ, ਇਹ ਖਰਾਬ ਕਰ ਜਾਣਗੇ। ਇਹਨੂੰ ਇਸ ਤਰ੍ਹਾਂ ਨਾ ਵਰਤਿਓ ਜੀ। ਸੋ ਪਹਿਲੀ ਜਿਹੜੀ ਇੰਪੋਰਟੈਂਟ ਚੀਜ਼ ਜਿਹੜੀ ਆਪਾਂ ਇਹਨਾਂ ਦੇ ਫਾਇਦੇ ਦੇਖਣ ਲਈ ਕਿ ਇਹਦੇ ਵਿੱਚ ਫਾਈਬਰ ਬੇਹਿਸਾਬਾ ਜੇ ਲੋ ਕਣ ਨੇ, ਜਿਵੇਂ ਮੈਂ ਦੱਸਿਆ ਐਂਟੀਆਕਸੀਡੈਂਟ ਨੇ, ਇਹਦੇ ਵਿੱਚ ਫਾਸਫੋਰਸ ਬਾਕੀ ਅੰਨਾਂ ਨਾਲੋਂ ਕਾਫੀ ਘੱਟ ਹੈ। ਪਰ ਐਂਟੀਆਕਸੀਡੈਂਟ ਅਸੀਂ ਸਮਝਦੇ ਹਾਂ ਕਿ ਕਿੰਨੀ ਕੀਮਤੀ ਹੁੰਦੀ ਹੈ ਚੀਜ਼, ਜੋ ਕਿ ਸਾਰੇ ਸਰੀਰ ਦੀ ਟੁੱਟ ਫੁੱਟ ਰੋਕਦੀ ਹੈ, ਕੈਂਸਰ ਤੋਂ ਰੋਕਦੀ ਹੈ, ਹੋਰ ਵੀ ਕ੍ਰੋਨਿਕ ਬਿਮਾਰੀਆਂ ਤੋਂ ਬਚਾਉਣਾ ਹੈ, ਜਾਂ ਕਿਸੇ ਵੀ ਜਿਵੇਂ ਕੋਵਿਡ ਵਰਗੀ ਬਿਮਾਰੀ ਤੋਂ ਹੀ ਰਿਕਵਰੀ ਹੋਣੀ ਹੈ, ਕਿਸੇ ਵੀ ਚੀਜ਼ ਤੋਂ ਲਈ ਐਂਟੀਆਕਸੀਡੈਂਟ ਬਹੁਤ ਫਾਇਦੇਮੰਦ ਨੇ, ਜੋ ਕਿ ਕੁਦਰਤੀ ਤਰੀਕੇ ਇਸ ਤੋਂ ਵੱਧ ਕਿਸੇ ਹੋਰ ਅੰਨ 'ਚ ਨਹੀਂ ਹੈ। ਸੋ ਇਹਦੇ ਬਾਰੇ ਜੋ ਚੀਜ਼ਾਂ ਜਿਨ੍ਹਾਂ 'ਚ ਫਾਇਦਾ ਮਿਲਿਆ, ਜਿਹੜੇ ਰੋਗਾਂ ਲਈ ਥੋੜਾ ਜਿਹਾ ਉਹ ਦੱਸਦੇ ਆ, ਕਿਉਂਕਿ ਪਿੱਤੇ ਦੀ ਪੱਥਰੀ ਵਾਸਤੇ ਵੀ ਇੱਕੋ ਇੱਕ ਅੰਨ ਜੇ ਜਿਹੜਾ ਫਾਇਦੇਮੰਦ ਦੱਸਿਆ। ਪਿੱਤੇ ਦੀ ਪੱਥਰੀ ਕਦੇ ਵੀ ਬਣੇ ਤੋਂ ਬਾਅਦ ਨਹੀਂ ਖੁਰਦੀ ਜੀ, ਬਣਨ ਤੋਂ ਰੋਕਣ ਵਿੱਚ ਸਿਰਫ ਇਹ ਕੋਧਰਾ ਜੇ ਜਿਹੜਾ ਬੜਾ ਸਹਾਈ ਹੋਇਆ। ਜਿਸ ਫੈਮਿਲੀ ਦੇ ਵਿੱਚ ਇਹ ਬਣਦੇ ਹੋਣ ਉਹਨਾਂ ਨੂੰ ਕੋਧਰਾ ਜੇ ਰੈਗੂਲਰ ਦਿੱਤਾ ਜਾਵੇ ਤਾਂ ਇਹ ਪਿੱਤੇ 'ਚ ਪੱਥਰੀ ਨਹੀਂ ਬਣਨ ਦਿੰਦੇ। ਬਿਲਕੁਲ ਇਸੇ ਤਰ੍ਹਾਂ ਮਿਗਰੇਨ ਦੇ ਵਿੱਚ ਬਾ ਕਮਾਲ ਅਸਰ ਜੇ, ਕਿਉਂਕਿ ਇਹਦੀਆਂ ਦਵਾਈਆਂ ਤੱਕ ਜਿਹੜੀਆਂ ਮਿਗਰੇਨ ਦੀਆਂ ਬਣ ਰਹੀਆਂ ਨੇ ਉਹਨਾਂ ਵਿੱਚ ਕੋਧਰੇ ਦਾ ਅੰਸ਼ ਪਾਇਆ ਜਾਣ ਲੱਗ ਪਿਆ ਜੀ। ਦਮਾ ਜਿਹਨਾਂ ਨੂੰ ਬੜੇ ਐਕਿਊਟ ਅਟੈਕਸ ਹੁੰਦੇ ਹੋਣ, ਵਾਰ-ਵਾਰ ਉਹ ਦਵਾਈ ਨਾਲ ਲੈਂਦੇ ਰਹਿਣ, ਤਾਂ ਕੋਧਰਾ ਖਾਣ ਨਾਲ ਦੇਖਣ ਵਿੱਚ ਆਇਆ ਕਿ 1 ਸਾਲ ਦੇ ਬਾਅਦ ਉਹਨਾਂ ਨੂੰ ਕਾਫੀ ਅਟੈਕਸ ਘੱਟ ਹੋਣ ਲੱਗ ਗਏ, ਕਾਫੀ ਰਿਕਵਰ ਹੋ ਗਏ ਸਨ। ਇਸੇ ਤਰ੍ਹਾਂ ਬਲੱਡ ਪ੍ਰੈਸ਼ਰ, ਸ਼ੱਕਰ ਰੋਗ, ਸ਼ੱਕਰ ਰੋਗੀਆਂ 'ਚ ਜਿਹੜੇ ਅੱਗੋਂ ਦਿਲ ਤੇ ਅਸਰ ਹੋਣੇ ਨੇ ਉਹਨਾਂ ਲਈ, ਫਿਰ ਨਾੜੀਆਂ ਅੰਦਰ ਜੋ ਝੱਪੇ ਜੰਮਣ ਲੱਗ ਜਾਂਦੇ ਨੇ, ਜੋ ਕਿ ਕੋਵਿਡ ਦੌਰਾਨ ਬੇਅੰਤ ਮੌਤਾਂ ਹੋਈਆਂ ਨੇ, ਉਹਨਾਂ ਨੂੰ ਰੋਕਦਾ ਜੇ, ਹਾਰਟ ਅਟੈਕ ਹੋਣ ਤੋਂ ਰੋਕਦਾ ਜੇ, ਇਨਸੂਲਿਨ ਦਾ ਅਸਰ ਵਧਾਉਂਦਾ ਜੇ, ਪਾਸਾ ਮਾਰੇ ਜਾਣ ਤੋਂ ਬਚਾਓ ਹੁੰਦਾ, ਮੋਟਾਪੇ 'ਚ ਫਾਇਦਾ, ਛਾਤੀ ਦੇ ਕੈਂਸਰ ਵਾਲਿਆਂ ਲਈ, ਯਾਨੀ ਇੰਨੇ ਫਾਇਦੇ ਨੇ ਕਿ ਜਿਵੇਂ ਮੈਂ ਦੱਸਿਆ ਇਹਦਾ ਨਾਮ ਇੰਟਰਨੈਸ਼ਨਲ ਲੈਵਲ ਤੇ ਕੋਧਰੇ ਨੂੰ ਇਸ ਵੇਲੇ ਨਿਊਟਰਾਸਿਊਟੀਕਲ ਜਾਂ ਸੰਤੁਲਿਤ ਅੰਨ ਨਾ ਇਹ ਦੇ ਦਿੱਤਾ ਗਿਆ। ਤੁਹਾਨੂੰ ਕਈ ਥਾਂ ਤੇ ਇਹਦਾ ਨਾਮ ਜੋ ਤੁਹਾਨੂੰ ਬਾਹਰ ਡੱਬਾ ਬੰਦ ਚੀਜ਼ਾਂ 'ਚ ਮਿਲੇਗਾ, ਧਿਆਨ ਕਰਿਓ, ਉਹਦਾ ਨਾਮ ਕਰਾਊਨ ਗ੍ਰਾਸ ਲਿਖਿਆ ਹੋਏਗਾ। ਜੋ ਕੋਧਰਾ ਨਹੀਂ ਹੋਏਗਾ ਤੁਹਾਨੂੰ ਪਤਾ ਹੀ ਨਹੀਂ ਲੱਗਦਾ। ਬਿਲਕੁਲ ਜੀ, ਬਿਲਕੁਲ। ਸੋ ਉਸੇ ਤਰ੍ਹਾਂ ਕੋਡੋ ਲਿਖਿਆ ਹੋ ਸਕਦਾ ਹੈ। ਕੋਡੋ ਬਹੁਤ ਜ਼ਿਆਦਾ, ਕੋਡੋ ਬਹੁਤ ਲਿਖਿਆ ਹੁੰਦਾ ਜੀ। ਵਾਰਾਗੂ ਲਿਖਿਆ ਹੋਏਗਾ, ਪਾਸਪਾਲਮ ਲਿਖਿਆ ਹੋਏਗਾ। ਇਹ ਨਾਵਾਂ ਦੇ ਨਾਲ ਧਿਆਨ ਕਰਿਓ ਕਿ ਡੱਬਾ ਬੰਦ ਪ੍ਰੋਸੈਸਡ ਨਾ ਲਿਓ। ਅਰੀਕੇਲੂ ਹੋ ਸਕਦਾ, ਅਰੀਕਾ ਹੋ ਸਕਦਾ ਜੀ, ਡਿਚ ਅੰਨ ਲਿਖਿਆ ਹੋ ਸਕਦਾ। ਇਹੋ ਜਿਹੀਆਂ ਅਲੱਗ-ਅਲੱਗ ਚੀਜ਼ਾਂ ਦੇ ਨਾਲ ਇਹ ਲਿਖਿਆ ਜਾਂਦਾ ਜੇ ਕੋਧਰਾ ਨਹੀਂ
ਮਿਲਟ ਵੀ ਨਹੀਂ ਲਿਖਦੇ ਵੀ ਕਿਸੇ ਨੂੰ ਪਤਾ ਨਾ ਲੱਗੇ। ਤਾਂ ਇਹ ਅੰਨ, ਪਰ ਇਹਦਾ ਕੀਮਤ ਕਈ ਵਾਰ 10 ਗੁਣਾ ਤੇ ਕਈ ਵਾਰ 40 ਗੁਣਾ ਕਣਕ ਤੋਂ ਇਹ ਤੁਹਾਨੂੰ ਜੋ ਰੇਟ ਮਿਲੇਗਾ। ਹੁਣ ਇਸ ਵੇਲੇ ਇਹਨੂੰ ਵੇਖਦਿਆਂ ਹੋਇਆਂ ਜੋ ਇਹ ਭਾਰਤ, ਕਿਉਂਕਿ ਜਿਹੜੀਆਂ ਕਿਸਮਾਂ ਤੇ ਖੋਜਾਂ ਹੋਈਆਂ ਨੇ, ਮੈਂ ਪਹਿਲਾਂ ਕਲੀਅਰ ਕਰ ਦਿਆਂ, ਅਫਰੀਕਾ ਤੇ ਭਾਰਤ ਵਿਚਲੀ ਕਿਸਮ ਜੋ ਉਗਦੀ ਹੈ, ਕਿਉਂਕਿ ਜ਼ਮੀਨ ਹੇਠੋਂ ਜੋ ਨੇ ਆਪਣੇ ਅੰਦਰ ਖਿੱਚਣਾ, ਉਸ ਸਦਕਾ ਇਹ ਖੋਜਾਂ ਸਿਰਫ ਇਹਨਾਂ 2 ਕਿਸਮਾਂ ਦੇ ਉੱਤੇ ਹੀ ਹੋਈਆਂ ਲੱਭੀਆਂ ਨੇ ਜਿਹੜੀਆਂ ਤੇ ਸਭ ਤੋਂ ਵੱਧ ਫਾਇਦਾ ਹੈ। ਹਾਲਾਂਕਿ ਪਾਕਿਸਤਾਨ 'ਚ ਵੀ ਉਹੀ ਗੱਲ ਹੀ ਹੋ ਜਾਂਦੀ ਹੈ, ਭਾਰਤ ਪਾਕਿਸਤਾਨ ਦੀ ਤਾਂ ਸਿਰਫ ਅਸੀਂ ਸਰਹੱਦ ਹੀ ਗਿਣਿਆ, ਵਰਨਾ ਭਾਰਤ ਪਾਕਿਸਤਾਨ ਜਾਂ ਅਫਰੀਕਾ ਵਿਚਲਾ ਕੋਦਰਾ ਇੱਕੋ ਕਿਸਮ ਹੈ। ਤੇ ਇਸ ਕਿਸਮ ਦੇ ਵਿੱਚ ਜੋ ਫਾਇਦੇ ਮਿਲੇ ਨੇ ਉਹੀ ਆਪਾਂ ਜ਼ਿਕਰ ਕਰਾਂਗੇ। ਬਾਕੀ ਇਸ ਤੋਂ ਇਲਾਵਾ ਫਿਲੀਪੀਨਸ, ਇੰਡੋਨੇਸ਼ੀਆ, ਵੀਅਤਨਾਮ, ਥਾਈਲੈਂਡ, ਅਮਰੀਕਾ, ਕੈਨੇਡਾ, ਹਰ ਥਾਂ ਤੇ ਇਹਦੀ ਬੀਜਣਾ ਸ਼ੁਰੂ ਕਰ ਦਿੱਤਾ ਗਿਆ। ਇੰਡੀਆ 'ਚ ਵੀ ਬਹੁਤ ਸਾਰੇ ਪਾਸੇ ਹੋ ਗਿਆ। ਹਾਂਜੀ, ਪਰ ਮੈਂ ਦੱਸ ਰਹੀ ਹਾਂ ਕਿ ਉਹਨਾਂ ਥਾਵਾਂ ਦੀ ਜ਼ਮੀਨ ਸਦਕਾ ਜਾਂ ਉਹ ਕੁਝ ਜੈਨੇਟਿਕਲੀ ਉਹਨਾਂ ਨੇ ਚੇਂਜ ਕੀਤੀ ਹੈ, ਉਹਨਾਂ ਵਿੱਚ ਉਸ ਤਰ੍ਹਾਂ ਦਾ ਉਨੀ ਪੱਧਰ ਦਾ ਫਾਇਦਾ ਨਹੀਂ ਹੈ। ਯਾਨੀ ਕਿ ਅਜਿਹਾ ਅੰਨ ਜੋ ਸ਼ਾਇਦ ਭਾਰਤੀ ਅੰਨ ਤੋਂ ਜੇ ਇਸੇ ਲਈ ਇੰਪੋਰਟ ਬੜੀ ਵੱਡੀ ਮਾਤਰਾ ਵਿੱਚ ਹੋ ਰਿਹਾ, ਜਿਹਦਾ ਸਾਰਾ ਫਾਇਦਾ ਇਹ ਸਾਊਥ ਦੇ ਵਿੱਚ ਲੈ ਰਹੇ ਨੇ, ਜੋ ਭੇਜ ਰਹੇ ਨੇ। ਪਰ ਸਾਡੇ ਸ਼ਾਇਦ ਤੁਹਾਡੇ ਪ੍ਰੋਗਰਾਮ ਰਾਹੀਂ ਇੱਕ ਵੀ ਕਿਸਾਨ ਵੀਰ ਜੇ ਸਮਝ ਜਾਵੇ ਤਾਂ ਇਹ ਜੇ ਸਾਡੇ ਇੱਥੇ ਬੀਜਣਾ ਸ਼ੁਰੂ ਹੋ ਜਾਵੇ, ਜੋ ਕਿ ਸਾਡੀ ਧਰਤੀ ਦਾ ਇਹ ਸੀਗਾ ਅੰਨ, ਤਾਂ ਇਹ ਜਿੱਥੇ ਪੰਜਾਬੀ, ਕਿਉਂਕਿ ਇਹ ਕੋਦਰੇ ਨੂੰ ਪਾਣੀ ਨਹੀਂ ਚਾਹੀਦਾ, ਜ਼ਮੀਨ ਹੇਠਲਾ ਪਾਣੀ ਤਾਂ ਛੱਡੋ, ਇਹ ਡਰਾਟ ਦੇ ਏਰੀਆ, ਸੋਕੇ ਵਿੱਚ ਵੀ ਇਹ ਉਗ ਜਾਂਦਾ ਜੇ ਆਪੇ। ਇਹੋ ਜੀ ਕਮਾਲ ਦੀ ਚੀਜ਼ ਹੈ। ਤੇ ਇੱਥੇ ਦਾ ਤਾਂ ਸਗੋਂ ਅੰਨ ਹੀ ਇਹ ਸੀ, ਚੌਲ ਕਣਕ ਤਾਂ ਸਾਡੇ ਅੰਨ ਹੀ ਨਹੀਂ ਸਨ, ਜਿਨ੍ਹਾਂ ਨੇ ਸਾਨੂੰ ਬਿਮਾਰੀਆਂ ਦਾ ਘਰ ਬਣਾ ਛੱਡਿਆ। ਸੋ ਜੇ ਕਿਤੇ ਇਹ ਕੋਦਰਾ ਬੀਜਣਾ ਸ਼ੁਰੂ ਕਰ ਦੇਣ ਤਾਂ ਸਾਡੇ ਘੱਟੋ ਘੱਟ 70% ਤਾਂ ਮੈਂ ਦਾਅਵੇ ਨਾਲ ਕਹਿ ਸਕਦੀ ਹਾਂ ਪੰਜਾਬੀ ਤੰਦਰੁਸਤ ਹੋ ਜਾਣਗੇ। ਸੋ ਇਹ ਪਹਿਲੀ ਗੱਲ ਤਾਂ ਇਹ ਅਸੀਂ ਸ਼ੁਰੂ ਕਰੀਏ ਕਿ ਇਹ ਮਾਡਰਨ ਫੂਡ ਦੇ ਤਹਿਤ ਅਸੀਂ ਬਾਜ਼ਾਰੋਂ ਖਰੀਦ ਕੇ ਲਿਆਉਣ ਨਾਲੋਂ ਆਪਣਾ ਬਿਜ਼ਨਸ ਸ਼ੁਰੂ ਕਰੀਏ। ਤੁਹਾਡੇ ਅੱਜ ਵੀ ਦੇਖੋਗੇ ਤੁਸੀਂ ਬੜੀ ਵਾਰ ਗਮਲਿਆਂ ਵਿੱਚ ਵੀ ਲਾਇਆ ਹੋਏ ਤਾਂ ਇਹ ਆਪਣੇ ਆਪ ਉੱਗ ਜਾਂਦੀ ਜੇ ਬੂਟੀ। ਇੰਨਾ ਕਿ ਇਹ ਕੁਦਰਤ ਜ਼ਬਰਦਸਤੀ ਸਾਡੇ ਕੋਲ ਦਿੰਦੀ ਪਈ ਹੈ, ਲੈ ਲਓ ਖਾ ਲਓ, ਪਰ ਅਸੀਂ ਉਹਨੂੰ ਪੁੱਟ ਕੇ ਸੁੱਟੀ ਜਾਂਦੇ। ਹੁਣ ਆਮ ਜੋ ਮਿਲਦੇ ਜੇ ਬਾਜ਼ਾਰ ਵਿੱਚ, ਆਹੀ ਜੋ ਬੜੇ ਵਗੈਰਾ ਲਈ ਆ, ਤੁਹਾਨੂੰ ਮੈਂ ਦੱਸਿਆ ਕਿ ਇਹ ਬਣ ਰਹੇ ਨੇ, ਇਹਨਾਂ ਸਾਰਿਆਂ ਵਿੱਚ 8 ਗੁਣਾ ਭਾਅ ਤੇ ਮਿਲ ਰਹੇ ਨੇ ਇਸ ਵੇਲੇ ਮਾਰਕੀਟ, ਜੋ ਪੈਕੇਟ ਬੰਦ ਮਿਲ ਰਹੇ ਨੇ। ਤੇ ਕੋਦਰੇ ਦੀਆਂ ਲਗਭਗ 400 ਕਿਸਮਾਂ ਨੇ ਇਸ ਵੇਲੇ ਮੌਜੂਦ ਜੀ। 400 ਵਿੱਚੋਂ ਮੈਂ ਫਿਰ ਦੁਬਾਰਾ ਦੱਸਾਂ ਜਿਨ੍ਹਾਂ ਦੀ ਸਭ ਤੋਂ ਮੈਕਸਿਮਮ ਯੂਸੇਜ ਹੋ ਰਹੀ ਹੈ ਤੇ ਮੈਕਸਿਮਮ ਫਾਇਦੇ ਨੇ, ਉਹ ਇੰਡੀਆ, ਪਾਕਿਸਤਾਨ ਜਾਂ ਜਿਹੜਾ ਅਫਗਾਨਿਸਤਾਨ ਦੇ ਨੇ। ਹੁਣ ਇਹਨਾਂ ਵਿੱਚ ਤੁਸੀਂ ਅੰਦਾਜ਼ਾ ਲਾ ਲਓ ਕਿ ਕੋਦਰੇ ਵਿੱਚ ਮੈਂ ਜੋ ਚੌਲ ਤੇ ਕਣਕ ਦੀ ਗੱਲ ਕਰ ਰਹੀ ਹਾਂ ਕਿ ਪ੍ਰੋਟੀਨ, ਫਾਈਬਰ, ਮਿਨਰਲ ਕਣਕ ਤੇ ਚੌਲ ਨਾਲੋਂ ਕਿਤੇ ਵੱਧ ਨੇ। ਜਿਵੇਂ ਫਾਈਬਰ ਨੂੰ ਲੈ ਲੈਂਦੇ ਹਾਂ, ਕੋਦਰੇ ਵਿੱਚ 9% ਜੇ, ਚੌਲਾਂ ਵਿੱਚ ਸਿਰਫ 0.2% ਤੇ ਕਣਕ ਵਿੱਚ 1.2%। ਤੁਸੀਂ ਅੰਦਾਜ਼ਾ ਲਾ ਲਓ। ਇਸੇ ਤਰ੍ਹਾਂ ਪ੍ਰੋਟੀਨ 8% ਜੇ, ਦੂਜਿਆਂ ਵਿੱਚ 1 ਤੇ 1.5%। ਹੁਣ ਤੁਸੀਂ ਆਪੇ ਹੀ ਅੰਦਾਜ਼ਾ ਲਾਓ ਕਿ ਇਸੇ ਤਰ੍ਹਾਂ ਮਿਨਰਲ 2.6% ਨੇ, ਕਾਰਬੋਹਾਈਡਰੇਟ 66.6% ਨੇ। ਯਾਨੀ ਹਰ ਕਿਸਮ ਦੇ ਅੰਨ ਨਾਲੋਂ ਕੋਦਰੇ ਵਿੱਚ ਸਭ ਕੁਛ ਕੀ ਵਿਟਾਮਿਨ ਸੀ ਜਾਂ ਹੋਰ ਪੋਲੀਫਿਨੋਲ, ਐਂਟੀਆਕਸੀਡੈਂਟ, ਟੈਨਿਨ, ਫਾਈਟਿਕ ਐਸਿਡ, ਲੋਹ ਕਣ, ਕੈਲਸ਼ੀਅਮ, ਜ਼ਿੰਕ ਸਭ ਭਰਿਆ ਪਿਆ। ਪਰ ਸਭ ਤੋਂ ਚੰਗੀ ਗੱਲ ਇਹਦੇ 'ਚ ਇਹ ਹੈ ਕਿ ਫਾਸਫੋਰਸ ਘੱਟ ਹੈ। ਸੋ ਇਸ ਕਰਕੇ ਇਹ ਜ਼ਿਆਦਾ ਫਾਇਦੇਮੰਦ ਹੈ ਬਹੁਤਿਆਂ ਨਾਲੋਂ। ਹੁਣ ਗੱਲ ਦਰਅਸਲ ਇਹ ਹੈ ਕਿ ਇਹਨੂੰ ਪ੍ਰੋਸੈਸਿੰਗ ਦੇ ਵਿੱਚ, ਜਿਵੇਂ ਮੈਂ ਕਹਿ ਰਹੀ ਹਾਂ, ਕਿਉਂ ਨਾ ਵਰਤੋ। ਰਤਿਕ ਧਿਆਨ ਕਰਿਓ ਜੀ, ਜਦੋਂ ਪ੍ਰੋਸੈਸਿੰਗ ਕੀਤੀ ਜਾਂਦੀ ਹੈ ਤਾਂ ਕੋਦਰੇ ਦੇ ਦਾਣਿਆਂ ਦੀ ਬਾਹਰੀ ਪਰਤ ਲਾ ਦਿੱਤੀ ਜਾਂਦੀ ਹੈ, ਛਾਣ ਪੂਰਾ ਅਲੱਗ ਹੋ ਜਾਂਦਾ। ਸੋ ਮਸ਼ੀਨਾਂ ਵਿੱਚ ਬਹੁਤ ਤੇਜ਼ ਤਾਪਮਾਨ ਤੇ ਇਹਨੂੰ ਉਬਾਲਿਆ ਜਾਂ ਭੁੰਨਿਆ ਜਾਂਦਾ, ਪੋਲਿਸ਼ ਕੀਤਾ ਜਾਂਦਾ ਤਾਂ ਕਿ ਇਹਦੇ ਜ਼ਿਆਦਾ ਦੇਰ ਇਹਨੂੰ ਰੱਖ ਸਕਣ ਉੱਥੇ ਤਰੋ ਤਾਜ਼ਾ, ਜ਼ਿਆਦਾ ਸਮੇਂ ਤੱਕ ਇਹਦੀ ਵੈਲਿਊ ਬਣੀ ਰਵੇ, ਇਹ ਵਿਕਦਾ ਰਵੇ। ਉਹਦੇ ਨਾਲ ਹੁਣ ਹੁੰਦਾ ਕੀ ਹੈ, ਇਹਦੇ ਲਾਭਕਾਰੀ ਤੱਤ ਲਗਭਗ ਖਤਮ ਹੋ ਜਾਂਦੇ ਨੇ। ਐਂਟੀਆਕਸੀਡੈਂਟ ਫਾਈਟਿਨ 53% ਜ਼ਾਇਆ ਹੋ ਜਾਂਦੇ ਨੇ।
ਸੋ ਜੇ ਤੁਸੀਂ ਲੈਣਾ ਕੋਧਰੇ ਤੋਂ ਜੋ ਫਾਇਦਾ ਉਹ ਸਮਝ ਲਓ 1/4 ਰਹਿ ਗਿਆ। ਹੁਣ ਅੰਤੜੀਆਂ ਲਈ ਜਿਹੜੇ ਸੁਖਾਵੇਂ ਸਟਾਰਚ ਜਿਨ੍ਹਾਂ ਸਦਕਾ ਇਹ ਸਾਰਾ ਫਾਇਦਾ ਹੋ ਰਿਹਾ ਉਹ ਸਟਾਰਚ ਖਤਮ ਹੀ ਹੋ ਜਾਂਦੇ ਨੇ। ਜ਼ਰੂਰੀ ਅਮਾਈਨੋ ਐਸਿਡ ਜਿਸ ਸਦਕਾ ਇਹ ਨਿਊਟਰੋਸਿਊਟੀਕਲ ਕਿਹਾ ਜਾ ਰਿਹਾ ਉਹ ਵੀ ਲਗਭਗ 0 ਦੇ ਕਰੀਬ ਪਹੁੰਚ ਜਾਂਦੇ ਨੇ, ਯਾਨੀ ਉਹ ਸਾਰਾ ਅਸੀਂ ਸੁੱਟ ਦਿੱਤਾ ਪ੍ਰੋਸੈਸਿੰਗ ਵਿੱਚ। ਸੋ ਪਹਿਲੀ ਚੀਜ਼, ਡੱਬਾ ਬੰਦ ਚੀਜ਼ਾਂ ਨਾ ਲਵੋ ਜੀ। ਕੋਧਰੇ ਦੇ ਦਾਣੇ ਬਾਜ਼ਾਰੋਂ ਮਿਲਦੇ ਨੇ, ਵੱਡੇ ਸਟੋਰਾਂ ਵਿੱਚ ਮਿਲਦੇ ਨੇ, ਪਰ ਜੇ ਤੁਸੀਂ ਮੈਂ ਪਹਿਲਾਂ ਹੀ ਕਹਿ ਰਹੀ ਹਾਂ ਬੀਜ ਲਓਗੇ ਤਾਂ ਤੁਹਾਨੂੰ ਇਹ 3 ਮਹੀਨਿਆਂ 'ਚ ਮਿਲ ਵੀ ਜਾਊਗਾ। ਤੁਸੀਂ ਇਹਨੂੰ ਜਾਂ ਤਾਂ ਮੋਟੇ ਦਾਣੇ ਦਲੀਏ ਵਾਂਗ ਜਿਹੜੇ ਨੇ ਬਾਜ਼ਾਰੋਂ ਉਹ ਲੈ ਸਕਦੇ ਹੋ ਤੁਸੀਂ ਜੀ, ਤਾਂ ਕਿ ਇਹਦਾ ਬਿਲਕੁਲ ਬਰੀਕ ਪੀਸਿਆ ਆਟਾ ਨਾ ਲਿਓ ਛਾਣਬੁਰੇ ਤੋਂ ਬਗੈਰ, ਜੇ ਉਹ ਫਾਇਦਾ ਨਹੀਂ ਦੇਗਾ ਜੀ। ਆਪਾਂ ਕਾਲ ਲੈ ਲਈਏ ਭੈਣ ਜੀ, ਕਾਲ ਲੈ ਲਈਏ ਜੀ। ਸਤਿ ਸ਼੍ਰੀ ਅਕਾਲ ਜੀ, ਤੁਸੀਂ WhatsApp ਕਾਲ ਰੇਸ਼ਮ ਸਿੰਘ ਜੀ, ਤੁਸੀਂ ਆਉਣੇ ਰਹੋ। ਸਤਿ ਸ਼੍ਰੀ ਅਕਾਲ ਜੀ ਦਾਨੇਵਾਲੀਆ ਸਾਹਿਬ, ਤੇ ਸਤਿ ਸ਼੍ਰੀ ਅਕਾਲ ਭੈਣ ਜੀ ਸਰਕੌਰ ਜੀ। ਜੀ ਹਾਂਜੀ, ਅੱਛਾ ਮੈਂ ਸਵਾਲ ਇੱਕ ਪੁੱਛਣਾ ਸੀ ਭੈਣ ਜੀ ਨੂੰ ਕਿ ਇੱਥੇ ਨਾ ਸਾਡੇ ਇੱਥੇ ਅਮਰੀਕਾ ਦੇ ਵਿੱਚ ਇੱਕ ਚੀਜ਼ ਮਿਲਦੀ ਹੈ, ਇਹਨੂੰ ਕਹਿੰਦੇ ਆ ਫਿੰਗਰ ਮਿਲਟ ਵਰਮੀਸੈਲੀ। ਇਹ ਹੈਗੀ ਤਾਂ ਇਹੀ ਕੋਧਰਾ ਫੈਮਿਲੀ ਆ, ਮਤਲਬ ਹੈਗੀ ਮੇਰੇ ਰਾਗੀ ਦੀ ਬਣੀ ਚੀਜ਼ ਆ, ਪਰ ਇਹਦੇ ਵਿੱਚ ਜਿੱਦਾਂ ਉਹਨਾਂ ਨੇ ਤੁਸੀਂ ਦੱਸਿਆ ਨਾ ਇਹ ਪ੍ਰੋਸੈਸ ਹੋਈਆਂ ਚੀਜ਼ਾਂ ਨਾ ਲਾਓ, ਇਹ ਤੁਹਾਡੇ ਵਾਸਤੇ ਠੀਕ ਨਹੀਂ ਹੈ। ਸਵਾਦ ਤਾਂ ਬਹੁਤ ਬਣਦੀ ਆ ਜੀ, ਪਰ ਗੱਲ ਇਹ ਆ ਕਿ ਇਹਦੇ ਨਾ ਵਿੱਚ ਜਿਹੜੇ ਇੰਗਰੀਡੀਐਂਟ ਆ ਨਾ ਉਹਨਾਂ ਵਿੱਚ ਕਣਕ ਵੀ ਪਾਈ ਤੇ ਮੈਦਾ ਵੀ ਪਾਇਆ ਤੇ ਫੇਰ ਇਹਦੀਆਂ ਸੇਵੀਆਂ ਬਣਾਈਆਂ ਉਹਨਾਂ ਨੇ ਜੀ। ਇਹਦੇ ਬਾਰੇ ਮਾੜਾ ਜਿਹਾ ਦੱਸਿਓ ਕਿ ਇਹ ਕੋਈ ਚੀਜ਼ ਜੈਨੂਇਨ ਹੈ ਜਾਂ ਫਿਰ ਐਵੇਂ ਪੈਸੇ ਖਰਚਣ ਡਏ ਆ ਜੀ। ਧੰਨਵਾਦ ਜੀ। ਜੀ ਭੈਣ ਜੀ ਬਿਲਕੁਲ ਜੀ, ਮਿਲਟਸ ਬਹੁਤ ਧੰਨਵਾਦ ਭਾਜੀ ਨੇ ਫੋਨ ਤੇ ਬੜੀ ਕੀਮਤੀ ਗੱਲ ਪੁੱਛੀ, ਸ਼ਾਇਦ ਮੈਂ ਇਸ ਦਾ ਜ਼ਿਕਰ ਹੀ ਨਾ ਕਰਦੀ ਕਿਉਂਕਿ ਇਹਨਾਂ ਨੇ ਕੀਤੀ ਹੈ ਤਾਂ ਜ਼ਿਕਰ ਕਰ ਰਹੀ ਹਾਂ। ਪਹਿਲੀ ਗੱਲ ਤਾਂ ਮਿਲਟਸ ਕਈ ਕਿਸਮਾਂ ਦੀਆਂ ਨੇ, ਫਿੰਗਰ ਮਿਲਟ ਇੱਕ ਵੱਖਰੀ ਚੀਜ਼ ਹੈ, ਇਹ ਵੱਖਰੀ ਚੀਜ਼ ਹੈ। ਦੂਸਰੀ ਚੀਜ਼, ਇਹਦਾ ਜੋ ਫਾਇਦਾ ਅਸੀਂ ਦੇਖ ਰਹੇ ਹਾਂ ਉਹ ਸਿਰਫ ਇਸ ਕਰਕੇ ਹੈ ਕਿ ਇਹਦੇ ਚ ਕਣਕ ਤੇ ਮੈਦੇ ਵਾਲਾ ਚੀਜ਼ ਨਾ ਹੋਵੇ। ਬਿਲਕੁਲ ਕਣਕ ਤੇ ਮੈਦਾ ਵਿੱਚ ਮਿਕਸ ਕਰ ਲਿਆ ਤਾਂ ਜੋ ਕੁਛ ਨੁਕਸਾਨ ਦੇ ਚੀਜ਼ਾਂ ਨਾਲ ਚਲੀਆਂ ਗਈਆਂ, ਸੋ ਉਹਦੇ ਵਿੱਚ ਕੋਈ ਬਹੁਤਾ ਫਾਇਦਾ ਨਹੀਂ, ਸਾਨੂੰ ਉਹਦਾ ਨੁਕਸਾਨ ਹੀ ਨੁਕਸਾਨ ਹੈ। ਇਸ ਕਰਕੇ ਇਹ ਮਿਕਸਚਰ ਠੀਕ ਨਹੀਂ। ਮੈਂ ਤਾਂ ਹੀ ਵਾਰ-ਵਾਰ ਕਹਿ ਰਹੀ ਹਾਂ ਇਹ ਬੜਾ ਧਿਆਨ ਰੱਖੋ ਵੀ ਐਵੇਂ ਬਿਨਾਂ ਗੱਲ ਤੋਂ ਨੁਕਸਾਨ ਨਾ ਕਰਾ ਲਿਓ, ਫਾਇਦੇ ਦੀ ਥਾਂ ਤੇ ਨੁਕਸਾਨ ਵੀ ਹੋ ਜਾਂਦਾ। ਹੁਣ ਇਹਦੀ ਦੇਖੋ ਈਵਨ ਰੋਟੀ ਬਣਾਉਣ ਲਈ ਕੀ ਬੜਾ ਖਾਸ ਤਰੀਕਾ ਜੇ ਜੋ ਮੈਂ ਦੱਸਣਾ ਚਾਹੁੰਦੀ ਹਾਂ ਕਿ ਜਦੋਂ ਰੋਟੀ ਬਣਾਣੀ, ਜੇ ਕੋਧਰੇ ਦੇ ਆਟੇ ਦੀ ਖਾਸੀਅਤ ਹੈ ਅੱਧਾ ਘੰਟਾ ਹਰ ਹਾਲ ਵਿੱਚ ਭਿਉਂ ਕੇ ਰੱਖਣਾ ਹੀ ਰੱਖਣਾ ਹੈ, ਪਹਿਲਾਂ ਨਹੀਂ ਵਰਤਣਾ। ਇਹਨੂੰ ਭਿਉਂ ਕੇ ਮੁੱਕੀ ਪਾਰ ਕੇ ਰੱਖ ਦਿਓ ਤਾਂ ਕਿ ਉਹਦੇ ਚ ਪਾਣੀ ਅਬਜ਼ੌਰਬ ਹੋਵੇ, ਉਹਦੇ ਨਾਲ ਇਹਦੇ ਜੋ ਮਾੜੇ ਤੱਤ ਨੇ ਟੈਨਿਨ ਤੇ ਫਾਈਟੇਟ ਉਹ ਘਟ ਜਾਂਦੇ ਨੇ, ਤੇ ਅਮਾਈਨੋ ਐਸਿਡ ਤੇ ਮਿਨਰਲ ਤੱਤ ਜੋ ਕੁਦਰਤੀ ਤਰੀਕੇ ਹਜ਼ਮ ਹੋਣੇ ਹੁੰਦੇ ਨੇ ਉਹ ਵਧੀਆ ਸੌਫਟ ਹੋ ਜਾਂਦੇ ਨੇ ਤੇ ਸੌਖੇ ਹਜ਼ਮ ਹੋ ਜਾਂਦੇ ਨੇ। ਸੋ ਇਹ ਕਦੇ ਵੀ ਰੋਟੀ ਸਿੱਧੀ ਨਹੀਂ ਬਣਾਉਣੀ ਚਾਹੀਦੀ। ਹੁਣ ਤੁਸੀਂ ਇੰਨੀ ਕੀ ਗੱਲ ਤੋਂ ਸਮਝ ਲਓ ਕਿ ਵੱਟੀਆਂ ਸੇਵੀਆਂ ਦੇ ਵਿੱਚ ਕੀ ਤੁਹਾਨੂੰ ਹਾਸਲ ਹੋਣਾ ਹੈ। ਹਾਂਜੀ ਬਿਲਕੁਲ ਜੀ, ਤੇ ਇਹਨੂੰ ਖਾਣ ਲਈ ਜ਼ਰੂਰੀ ਜੇ ਕਿ ਜਦੋਂ ਤੁਸੀਂ ਬਣਿਆ ਤਾਜ਼ਾ ਹੀ ਖਾਧਾ ਜਾਵੇ ਤੇ ਓਨਾ ਕੋਈ ਆਟਾ ਗੁੰਨਿਆ ਜਾਵੇ ਜਿੰਨਾ ਕੁ ਉਸ ਵੇਲੇ ਵਰਤਣਾ, ਬਚੇ ਹੋਏ ਨੂੰ ਦੁਬਾਰਾ ਨਾ ਕਰੋ। ਬਿਲਕੁਲ ਜੀ, ਇਹ ਜ਼ਰੂਰੀ ਜੇ ਖਿਆਲ ਰੱਖਣ ਨੂੰ। ਫਿਰ ਅੱਗੋਂ ਵਰਤਣਾ ਕਿਵੇਂ ਹੈ, ਕਿਸ ਕਿਸ ਬਿਮਾਰੀ ਵਿੱਚ, ਉਹ ਜ਼ਰੂਰ ਮੈਂ ਦੱਸ ਦਿੰਨੀ ਆ ਜੀ, ਕਿਉਂਕਿ ਇਹਦੇ ਵਿੱਚ ਤੁਸੀਂ ਘਰ ਵਿੱਚ ਜੇ ਚਾਹੋ ਵੀ, ਜਿਵੇਂ ਉਹ ਦੱਸ ਰਹੇ ਨੇ ਸੇਵੀਆਂ, ਤੁਸੀਂ ਪਾਪੜ, ਇਡਲੀ, ਕਟਲਟ, ਡੋਸਾ, ਕੇਕ, ਬਿਸਕੁਟ, ਸੂਪ, ਲੱਡੂ ਵਗੈਰਾ ਘਰ ਬਣਾ ਸਕਦੇ ਹੋ। ਉਹਦੇ ਲਈ ਖਾਸੀਅਤ ਇਹ ਜੇ ਕੋਧਰੇ ਦਾ ਆਟਾ ਨਾਲ ਕਾਲੇ ਛੋਲਿਆਂ ਦਾ ਆਟਾ, ਮੈਂ ਇੱਥੇ ਦੱਸਦਿਆਂ ਕੋਧਰੇ ਦਾ ਆਟਾ ਜੇ ਤੁਸੀਂ ਉਹ 1 ਕੌਲੀ ਲੈਣੀ ਹੈ ਤਾਂ 1 ਕੌਲੀ ਹੀ ਕਾਲੇ ਛੋਲਿਆਂ ਦਾ ਆਟਾ, ਵਿੱਚ ਸੋਡੀਅਮ ਬਾਈਕਾਰਬੋਨੇਟ ਬਾਜ਼ਾਰੋਂ ਮਿਲਦਾ ਜੇ ਉਹ ਅੱਧਾ ਕੁ ਚਮਚ, ਵਿੱਚ ਧਨੀਆ ਪਾਊਡਰ ਤੇ ਲੂਣ ਪਾ ਕੇ ਇਹਨੂੰ ਆਟੇ ਵਾਂਗ ਗੁੰਨ ਲਓ। ਫਿਰ ਇਹਨੂੰ ਵੇਲ ਕੇ ਪਾਪੜ ਬਣਾ ਕੇ ਸੁਕਾ ਕੇ ਰੱਖ ਸਕਦੇ ਹੋ, ਜਾਂ ਤੁਸੀਂ ਇਹਨੂੰ ਜੋ ਵੀ ਚਾਹੋ ਰਸਮ, ਦਲੀਆ, ਬਿਸਕਿਟ, ਜਿਵੇਂ ਨਮਕੀਨ ਇਹਦੇ ਬਣਾ ਸਕਦੇ ਹੋ, ਕਟਲਟ ਬਣਾ ਸਕਦੇ ਹੋ, ਡੋਸੇ ਲਈ ਵਰਤ ਸਕਦੇ ਹੋ। ਇਹ ਇੱਕ ਰਾਮਬਾਣ ਦੱਸ ਰਹੀ ਹਾਂ ਮੈਂ ਤੁਹਾਨੂੰ, ਬਹੁਤ ਜ਼ਿਆਦਾ ਫਾਇਦੇਮੰਦ ਹਾਈ ਕਲਾਸ ਪ੍ਰੋਟੀਨ
ਤੇ ਤੁਹਾਡੀ ਐਕਸਟ੍ਰੀਮ ਨਿਊਟ੍ਰੀਸ਼ੀਅਸ ਚੀਜ਼ ਹੈ। ਭੁੱਖ ਲੱਗੇ ਜਦੋਂ ਤੇ ਇਹਨੂੰ ਤੁਸੀਂ ਖਾਓ ਤੇ ਤੁਸੀਂ ਦੇਖ ਸਕਦੇ ਹੋ ਕਿ ਢਿੱਡ ਵੀ ਰੱਜਿਆ ਮਹਿਸੂਸ ਹੋਏਗਾ, weight reduction ਹੋਏਗੀ। ਪਰ ਬਹੁਤ ਘੱਟ, ਬਿਲਕੁਲ ਜਿਵੇਂ ਆਪਾਂ ਕਹਿੰਦੇ ਕਿ ਆਟੇ ਦੀਆਂ 3-4 ਰੋਟੀਆਂ ਖਾ ਜੰਨੇ ਤਾਂ ਇੱਕ ਹੀ ਬੜੀ ਔਖੀ ਖਾਧੀ ਜਾਂਦੀ ਆ, ਬਹੁਤ ਛੇਤੀ ਭਰ ਜਾਂਦਾ ਪੇਟ। ਬਿਲਕੁਲ ਇਸੇ ਤਰ੍ਹਾਂ ਜੇ ਕੋਈ ਤੁਸੀਂ ਇਹਨੂੰ ਬਣਾਉਣਾ ਹੋਏ ਕੋਈ ਡੋਸਾ ਜਾਂ ਇਡਲੀ ਲਈ ਵੀ ਇਹਦੇ ਕੋਦਰੇ ਤੇ ਕਾਲੇ ਛੋਲਿਆਂ ਦੇ ਆਟੇ ਨੂੰ ਉਹਦੇ ਵਿੱਚ 3:1 ਮਿਕਦਾਰ ਰੱਖਣੀ ਜੀ, ਯਾਨੀ 3 ਹਿੱਸੇ ਤੁਸੀਂ ਕੋਦਰੇ ਚ ਤੇ 1 ਹਿੱਸਾ ਕਾਲੇ ਛੋਲਿਆਂ ਦਾ ਬਣਾ ਕੇ ਇਹਨੂੰ ਵੀ ਵਿੱਚ ਮੇਥਰੇ ਜ਼ਰੂਰ ਪਾਇਓ। ਉਹ ਤੁਹਾਡੇ ਬਹੁਤ ਸਾਰੇ ਡਾਇਬੈਟਿਕਸ ਲਈ ਤਾਂ ਇਸ ਤੋਂ ਵਧੀਆ ਖੁਰਾਕ ਤੁਸੀਂ ਮਤਲਬ ਜੇ ਕੈਪਸੂਲ ਲੈਣੇ ਚਾਹੋਗੇ ਤਾਂ ਇੱਕ ਇੰਡੀਆ 'ਚ ਵੀ 75 ਰੁਪਏ ਦੇ ਕਰੀਬ ਦਾ ਮਿਲਦਾ ਜੇ, ਜੋ ਤੁਸੀਂ ਇਹ ਮੁਫਤ ਲੈ ਲੋਗੇ। ਇਹਦੇ ਚ ਰੱਤੀ ਮਾਸਾ ਲੂਣ ਪਾ ਕੇ ਰਾਤ ਭਰ ਭਿਓ ਕੇ ਰੱਖਿਓ। ਪਲੀਜ਼ ਇਹਨੂੰ ਸਿੱਧਾ ਵਰਤਿਓ ਨਾ। ਮੈਂ ਦੁਬਾਰਾ ਦੱਸ ਦਿਆਂ, 3:1 ਦੀ ਮਿਕਦਾਰ ਨਾਲ ਕੋਦਰਾ ਤੇ ਕਾਲੇ ਛੋਲਿਆਂ ਦਾ ਆਟਾ ਵਿੱਚ ਮੇਥਰੇ ਤੇ ਰਤਕ ਲੂਣ ਮਿਲਾ ਕੇ ਰਾਤ ਭਰ ਭਿਓ ਕੇ ਇਹਨੂੰ ਰੱਖੋ ਤੇ ਸਵੇਰੇ ਤੁਸੀਂ ਇਡਲੀ ਡੋਸਾ ਜੋ ਵੀ ਬਣਾਉਣਾ ਚਾਹੋ। ਇਹ ਬਹੁਤ ਵਧੀਆ ਖੁਰਾਕ ਜੇ ਤੁਸੀਂ ਕਿਤੇ ਕੋਈ ਕਰੋਨਿਕ ਇਲਨੈਸਿਸ ਤੁਹਾਨੂੰ ਹੈਗੀਆਂ ਨੇ, ਇਹਨੂੰ ਰੈਗੂਲਰ ਵਰਤ ਕੇ ਵੇਖੋਗੇ। ਜੇ ਤੁਸੀਂ ਭਾਵੇਂ ਹਫ਼ਤੇ 'ਚ 3 ਦਿਨ ਹੀ ਵਰਤੋ, ਤੁਸੀਂ ਦੇਖੋਗੇ 6 ਮਹੀਨਿਆਂ ਦੇ ਅੰਦਰ ਅੰਦਰ ਤੁਹਾਡੇ ਸਰੀਰ 'ਚ ਸਫੂਰਤੀ, ਤੁਹਾਨੂੰ ਬਹੁਤ ਤਬਦੀਲੀ ਦਿਸੇਗੀ। ਹੁਣ ਇਹਦਾ ਤੁਸੀਂ ਜੇ ਪੂੜੀ ਵਗੈਰਾ ਬਣਾਉਣੀ ਹੈ, ਤੁਸੀਂ ਮੈਂ ਵੈਸੇ ਕਵਾਂਗੀ ਤੇ ਇਹੀ ਕਿ ਘੱਟ ਤਲੀਆਂ ਚੀਜ਼ਾਂ ਨਾ ਹੀ ਖਾਧੀਆਂ ਜਾਣ। ਹਾਂਜੀ, ਪਰ ਜੇ ਫੇਰ ਵੀ ਕਿਸੇ ਨੇ ਲੈਣਾ ਤਾਂ ਸਿੰਪਲ ਇਹੀ ਆਟਾ ਜਿਵੇਂ ਮੈਂ ਦੱਸਿਆ, ਜਿੱਦਾਂ ਫੁਲਕਾ ਬਣਾ ਰਹੇ ਸੀ ਅੱਧਾ ਘੰਟਾ ਉਹਨੂੰ ਭਿਓ ਕੇ ਜਦੋਂ ਰੱਖ ਕੇ ਆਟਾ, ਉਸੇ ਨੂੰ ਹੀ ਤੁਸੀਂ ਤਲ ਵੀ ਸਕਦੇ ਹੋ। ਪਰ ਕੋਸ਼ਿਸ਼ ਕਰੋ ਕਿ ਆਪਾਂ ਨਾ ਹੀ ਤਲਿਆ ਖਾਈਏ। ਮਿੱਠਾ ਕੁਛ ਬੱਚੇ ਜੇ ਖਾਣਾ ਚਾਹਣ, ਕਈ ਵਾਰ ਬੱਚੇ ਨੱਕ ਮੂੰਹ ਚਾੜਦੇ ਨੇ, ਅਸੀਂ ਇਹ ਟੇਸਟ ਨਹੀਂ ਸਾਨੂੰ ਲੱਗਿਆ ਜਾਂ ਕੁਛ, ਉਹਨਾਂ ਲਈ ਤੁਸੀਂ ਇਸੇ ਦੇ ਚ ਆਟੇ ਚ ਭੁੰਨ ਕੇ ਥੋੜਾ ਦੁੱਧ, ਖੰਡ ਤੇ ਬਦਾਮ ਨੂੰ ਬਣਾ ਕੇ ਤੁਸੀਂ ਮਿੱਠਾ ਕੇਸਰੀ ਵਾਂਗ ਵੀ ਬਣਾ ਕੇ ਦੇ ਸਕਦੇ ਹੋ। ਬੱਚੇ ਬਹੁਤ ਪਸੰਦ ਕਰਦੇ ਨੇ ਜੀ। ਜੇ ਤੁਸੀਂ ਇਹ ਵੀ ਨਾ ਲੈਣ ਤਾਂ ਸ਼ੁਰੂਆਤੀ ਸਮੇਂ 'ਚ ਹਲਵੇ ਦੇ ਵਾਂਗ ਬੱਚੇ ਨੂੰ ਦੇ ਸਕਦੇ ਹੋ, ਜਿਸ 'ਚ ਕੋਦਰੇ ਦੇ ਵਿੱਚ 2 ਹਿੱਸਾ ਕੋਦਰਾ ਤੇ 1 ਹਿੱਸਾ ਕਣਕ। ਹੁਣ ਮੈਂ ਤਾਂ ਕਣਕ ਦੀ ਗੱਲ ਕੀਤੀ ਕਿ ਬੱਚੇ ਕਈ ਵਾਰ ਇਮੀਡੀਏਟਲੀ ਟੇਸਟ ਚੇਂਜ ਨਹੀਂ ਕਰਦੇ, ਤਾਂ ਇਹ ਸਟਾਰਟਿੰਗ ਵਿੱਚ ਉਹਨਾਂ ਨੂੰ ਇਸ ਤਰ੍ਹਾਂ ਦਾ, ਜਿਵੇਂ ਤੁਸੀਂ ਜਦੋਂ ਵੀਨਿੰਗ ਕਰਦੇ ਹੋ ਯਾਨੀ 7 ਮਹੀਨਿਆਂ ਦਾ ਜਾਂ 8 ਮਹੀਨਿਆਂ ਦਾ ਜਦੋਂ ਦੁੱਧ ਤੋਂ ਹਟਾ ਕੇ ਕਰਨਾ, ਉਦੋਂ ਜੇ ਤੁਸੀਂ ਇਹ ਕਣਕ ਤੇ ਕੋਦਰੇ ਦੀ ਮਿਕਦਾਰ ਵਿੱਚ ਦੇਸੀ ਘਿਓ 'ਚ ਰਿੰਨ ਕੇ ਦਿਓ, ਬਹੁਤ ਖੂਬਸੂਰਤ ਚੀਜ਼ ਹੋਏਗੀ। ਏਦਾਂ ਹੀ ਜਿਵੇਂ ਪੁਰਾਣੇ ਸਮਿਆਂ 'ਚ ਸਾਨੂੰ ਦਾਦੀਆਂ ਨਾਨੀਆਂ ਚੂਰੀ ਖਵਾਉਂਦੀਆਂ ਸਨ, ਬਿਲਕੁਲ ਉਸੇ ਤਰ੍ਹਾਂ ਦਾ ਹੀ ਇਹ ਬਾ ਕਮਾਲ ਅੰਨ ਬਣ ਜਾਏਗਾ ਜੀ। ਇੱਕ ਕਾਲ ਹੋਰ ਲੈ ਲਈਏ ਭੈਣ ਜੀ। ਜੀ ਸਤਿ ਸ਼੍ਰੀ ਅਕਾਲ ਜੀ, 92-164 ਤੇ ਆਉਂਦੇ ਰਹੋ। ਸਤਿ ਸ਼੍ਰੀ ਅਕਾਲ ਜੀ, ਰਮਨੀ ਬਰਾੜ ਬੋਲ ਰਿਹਾ ਜੀ, ਸ਼ੇਰੇ ਵਾਲੇ ਤੋਂ। ਜੀ ਬਰਾੜ ਸਾਹਿਬ ਸਤਿ ਸ਼੍ਰੀ ਅਕਾਲ ਤੇ ਡਾਕਟਰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਅੱਛਾ, ਇੱਕ ਡਾਕਟਰ ਸਾਹਿਬ ਇੰਨਾ ਕਿ ਦੱਸੋ ਵੀ ਇਹਦੀ ਸਵਾਈਨ ਕਿਹੜੇ ਟਾਈਮ 'ਚ ਹੁੰਦੀ ਹੈ ਕੋਦਰੇ ਦੀ ਜੀ? ਕੋਦਰੇ ਦੀ ਬਿਜਾਈ ਜੀ, ਬਿਜਾਈ 12 ਮਹੀਨੇ ਜੀ, 12 ਮਹੀਨੇ ਇਹ ਲੱਗ ਸਕਦਾ ਤੇ ਤੁਹਾਨੂੰ 3 ਮਹੀਨਿਆਂ 'ਚ ਤਿਆਰ ਵੀ ਲੱਭ ਜਾਂਦਾ ਤੁਹਾਨੂੰ। ਇਹ ਤਾਂ ਇਹੋ ਜਿਹਾ ਅੰਨ ਹੈ ਵੀ ਸੋਕੇ ਦੇ ਵਿੱਚ ਪਾਣੀ ਪਾਣਾ ਵੀ ਭੁੱਲ ਜਾਓ, ਕਦੇ ਵੀ ਨਾ ਦਿਓ ਤਾਂ ਵੀ ਵਿਚਾਰਾ ਉੱਗਿਆ ਰਹਿੰਦਾ। ਸੋ ਇਹ ਤਾਂ ਗਰੀਬਾਂ ਦਾ ਅੰਨ ਹੋਇਆ ਕਰਦਾ ਸੀ। ਮੈਨੂੰ ਤਾਂ ਐਂ ਲੱਗਦਾ ਜੀ ਬਰਾੜ ਸਾਹਿਬ, ਜਿਵੇਂ ਭਖੜਾ ਤੇ ਆਪਣੇ ਉਹ ਚੀਜ਼ਾਂ ਨਹੀਂ ਉੱਗਦੀਆਂ ਸੀ, ਭਖੜੇ ਦੀ ਵੀ ਰੁੱਤ ਹੁੰਦੀ ਸੀਗੀ। ਹਾਂਜੀ ਹਾਂਜੀ ਹਾਂਜੀ। ਹੁਣ ਭਖੜਾ ਵੀ ਤੁਸੀਂ ਸਿਆਣੇ ਹੋ ਕਿ ਆਪਾਂ ਇਹਨੂੰ ਕਹਿ ਦਿੰਦੇ ਕੰਡੇ ਵੱਜਦੇ ਪੱਟ ਦਿੰਦੇ, ਹੁਣ ਲੋਕ ਭਖੜਾ ਵੀ ਭੁੰਨ ਕੇ ਤੇ ਖਾਣ ਲੱਗ ਪਏ। ਦੇਖ ਲਓ ਰੋਟੀਆਂ ਹੈ ਜੀ, ਉਹ ਕਹਿੰਦੇ ਹੁਣ ਗਰੀਬਾਂ ਦਾ ਖਾਈਆ। ਕਿਉਂ ਡਾਕਟਰ ਸਾਹਿਬ, ਹੁਣ ਗਰੀਬਾਂ ਦਾ ਖਾਈਆ ਅਮੀਰਾਂ ਦਾ ਦੇ ਡਾਈਨਿੰਗ ਟੇਬਲ ਤੇ ਪਹੁੰਚ ਗਿਆ ਜੀ। ਬਿਲਕੁਲ ਜੀ, ਜਦੋਂ ਹੈ ਹੀ ਵਿਚਾਰਾ ਕੋਦਰਾ ਤਾਂ ਸਾਡੇ ਗੁਰੂ ਨਾਨਕ ਨੇ ਕਿਹਾ ਗਰੀਬਾਂ ਦਾ ਅੰਨ ਹੈ, ਤੇ ਹੁਣ ਅਸੀਂ ਇਹਨੂੰ ਇੰਨਾ ਕੁ ਮਹਿੰਗਾ ਕਰ ਛੱਡਿਆ ਵੀ ਗਰੀਬ ਤਾਂ ਵਿਚਾਰਾ ਸੋਚ ਹੀ ਨਹੀਂ ਸਕਦਾ ਲੈਣਾ। ਖੈਰ, ਮੈਂ ਇੱਕ ਹੋਰ ਬਿਮਾਰੀ ਨੂੰ ਠੀਕ ਹੋਣ ਲਈ ਤਰੀਕਾ ਦੱਸ ਦਿੰਦੀ ਹਾਂ। ਜੇ ਤੁਹਾਨੂੰ ਮਿਗਰੇਨ ਹੋਵੇ ਤਾਂ ਤਿਲ ਜੋ ਤੁਸੀਂ ਰਿਓੜੀਆਂ, ਨਹੀਂ ਤੇਲ ਨਾ ਲਿਓ, ਗੱਲ ਕਰਦੇ ਆਮ ਤੇਲਾਂ ਦਾ ਤੇਲ ਕਹਿੰਦੇ ਆ ਨਾ, ਤਿਲਾਂ ਦਾ ਤੇਲ ਕਹਿ ਦਿੰਦੇ ਹੋ ਜੀ। ਬਿਲਕੁਲ, ਉਹ ਤਿਲ ਤੇ ਤੁਸੀਂ ਇਹ ਕੋਦਰੇ ਦਾ ਆਟਾ ਥੋੜਾ ਜਿਹਾ ਭੁੰਨ ਕੇ ਦੇਸੀ ਘਿਓ ਦੇ ਵਿੱਚ ਰੱਤਾ ਜਿਹਾ, ਤੇ ਇਹ ਤੁਸੀਂ ਲੈ ਸਕਦੇ ਹੋ, ਜੋ ਤੁਹਾਨੂੰ ਬੜਾ ਇਹ ਫਾਇਦਾ ਦੇ ਸਕਦਾ ਜੇ ਤੁਸੀਂ ਰੈਗੂਲਰ ਤੌਰ ਤੇ ਦੀ ਰੋਜ਼ ਥੋੜੇ ਦੀ ਵਰਤੋਂ ਕਰਨੀ ਸ਼ੁਰੂ ਕਰ ਦਿਓ। 2 ਚਮਚ ਜਿਵੇਂ ਰੋਜ਼ ਖਾਂਦੇ ਰਹੋ ਇਸ ਤਰ੍ਹਾਂ ਦਾ। ਤੇ ਇਹਦੇ ਚ ਹਲਕਾ ਜਿਹਾ ਨਮਕ ਪਾਣਾ ਹੁੰਦਾ, ਕਾਲਾ ਨਮਕ,
ਤਾਂ ਇਹ ਦੇਖਣ ਵਿੱਚ ਆਇਆ ਮਾਈਗ੍ਰੇਨ ਦੇ ਪੇਸ਼ੈਂਟਸ ਨੂੰ ਲੌਂਗ ਟਰਮ ਟ੍ਰਾਇਲ ਦਿੱਤੀ ਗਈ ਸੀ, ਜਿਹੜੀ ਪਬਲਿਸ਼ ਹੋਈ ਰਿਸਰਚ ਹੈ ਕਿ ਦਵਾਈ ਉਹਨਾਂ ਨੂੰ ਨਾਲੋਂ ਨਾਲ ਦਿੱਤੀ ਗਈ ਸੀ। ਮੈਂ ਫਿਰ ਇਹ ਵੀ ਦੱਸ ਦਿਆਂ ਵੀ ਦਵਾਈ ਇੱਕਦਮ ਨਹੀਂ ਸੀ ਛੱਡੀ, ਨਾਲੋਂ ਨਾਲ ਦਵਾਈ ਚੱਲੀ ਹੈ। ਤਾਂ ਮਾਈਗ੍ਰੇਨ ਦੇ ਅਟੈਕਸ ਉਹਨਾਂ ਨੇ ਦੇਖੇ ਕਿ 6 ਮਹੀਨੇ ਦੇ ਬਾਅਦ ਵਰਤੋਂ ਬਾਅਦ ਬਹੁਤ ਜ਼ਿਆਦਾ ਘੱਟ ਇੰਨੇ ਹੋ ਗਏ ਕਿ ਉਹਨਾਂ ਨੂੰ ਦਵਾਈ ਲੈਣ ਦੀ ਲੋੜ ਹੀ ਨਹੀਂ ਪਈ। ਇੱਕ ਕਾਲ ਹੋਰ ਲੈ ਲਈਏ ਜੀ। ਮੇਰੀ ਇੱਕ ਗੁਜ਼ਾਰਿਸ਼ ਹੁੰਦੀ ਹੈ ਜੀ, ਤੁਸੀਂ ਜਿਹੜੇ ਵੀਰ ਬਾਹਰੋਂ ਕਾਲ ਕਰਦੇ ਨੇ ਉਹ ਕਿਰਪਾ ਕਰਕੇ ਹੋਲਡ ਕਰ ਲਿਆ ਕਰੋ। ਮੈਂ ਗੱਲ ਕੱਟ ਕੇ ਵਿੱਚੋਂ ਤੁਹਾਡੀਆਂ ਕਾਲਸ ਲੈ ਰਿਹਾ। ਇੱਕ ਵੀਰ ਜੀ ਕਾਲ ਲਗਾਤਾਰ ਕੱਟ ਗਏ 2-3 ਵਾਰੀ। ਹਾਂਜੀ 92-164 ਤੇ ਆਉਣੇ ਰੋ ਜੀ। ਦੋਵੇਂ ਸੈਕਸ਼ਨ ਸਤਿ ਸ੍ਰੀ ਅਕਾਲ ਜੀ। ਸੁਖਜੀਤ ਬਦਰਮਾ ਨਾਲ ਵੇਸ ਹੁੰਦਾ ਜੀ ਜੀ ਜੀ। ਹਾਂਜੀ ਮੇਰਾ ਨਾ ਜੀ ਆਪਣਾ ਸਵਾਲ ਇਹ ਸੀ ਵੀ ਪੁੱਛਣਾ ਚਾਹੁੰਦਾ ਜੀ ਵੀ ਇਹ ਕਦੋਂ ਤੇ ਕਿਹੜਾ ਮੌਸਮ ਹੁੰਦਾ ਜੀ ਤੇ ਕਿਹੋ ਜੀ ਜ਼ਮੀਨ, ਜੇ ਮਾੜਾ ਮੋਟਾ ਦੱਸ ਸਕਦੇ ਭੈਣ ਜੀ ਤਾਂ ਦੱਸ ਦੇਣ ਵੀ ਕਿਹੋ ਜੀ ਜ਼ਮੀਨ ਤੇ ਰੇਤਲ ਭਾਲੋ ਜੀ। ਜਿਹੜੀ ਮਾੜੀ ਜ਼ਮੀਨ ਹੈ ਮਾੜੀ ਮੈਂ ਹੀ ਦੱਸ ਦਿੰਦਾ ਜੀ। ਐਵੇਂ ਚੰਗੀ ਚ ਕਾਹਨੂੰ ਬੀਜਣਾ, ਤੁਹਾਨੂੰ ਰੇਤਲ ਬਰਾਨੀ ਜੀ ਆਸੇ ਪਾਸੇ ਜੀ ਉੱਚੀ ਪਈ ਹੋਵੇ ਉਹ ਤੇ ਸਿੱਟ ਦਿਓ, 4 ਉੱਗ ਪੈਣਾ ਜੀ ਇਹਨੇ। ਠੀਕ ਹੈ ਧੰਨਵਾਦ। ਹਾਂਜੀ ਹਾਂਜੀ। ਤੇ ਇਸ ਤੋਂ ਇਲਾਵਾ ਮੈਂ ਤੁਹਾਨੂੰ ਦੱਸ ਦਿਆਂ ਜੀ ਕਿ ਡਾਕਟਰ ਸ਼ਿੰਦਰ ਕੌਰ ਹੋਰੀ ਆਪਣੇ ਨਾਲ ਹਰ ਸੋਮਵਾਰ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਜੁੜਦੇ ਨੇ। ਤੁਹਾਡੇ ਜੇਕਰ ਕੋਈ ਹੋਰ ਸਵਾਲਾਤ ਹੋਣ, ਕਿਸੇ ਟੌਪਿਕ ਦੇ ਉੱਤੇ ਤੁਸੀਂ ਚਰਚਾ ਕਰਨੀ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ 2 ਦਿਨ ਪਹਿਲਾਂ ਦੱਸ ਸਕਦੇ ਹੋ। ਅਸੀਂ ਤੁਹਾਡੇ ਮੁਤਾਬਕ ਵੀ ਜਿਹੜੀਆਂ ਕਾਲਸ ਆਪਣੇ ਪ੍ਰੋਗਰਾਮ ਕਰ ਦਿੰਦੇ ਹਾਂ। 92-164 ਤੇ ਓਵਰਸੀਜ਼ ਕਾਲ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਇੱਕ ਸੈਪਰੇਟ ਸਵਾਲ ਜਾਂ ਡਾਕਟਰ ਸਾਹਿਬ ਦਾ ਨੰਬਰ ਮਿਲ ਸਕਦਾ ਜਾਂ ਪੁੱਛ ਸਕਦਾ ਜੀ? ਡਾਕਟਰ ਸਾਹਿਬ ਤੁਹਾਡੇ ਕਿਹੜੇ ਨੰਬਰ ਦੇ ਉੱਤੇ ਕਾਲ ਕੀਤੀ ਜਾ ਸਕਦੀ ਹੈ ਜੀ? ਪਰਸਨਲ ਸਵਾਲ ਵੀ ਪੁੱਛ ਲਓ, ਕਿਉਂ ਨਹੀਂ ਪੁੱਛਣਾ, ਤੁਸੀਂ ਪੁੱਛ ਸਕਦੇ ਹੋ। ਨਹੀਂ ਮੈਂ ਪੁੱਛਣਾ ਸੀਗਾ ਜੀ, ਆਮ ਜੇ ਕਿਸੇ ਤੋਂ ਹੋਰ ਨੂੰ ਵੀ ਲੋੜ ਹੋਵੇ, ਜਿਵੇਂ ਇੱਕ ਆਮ ਜਿਵੇਂ ਕਈ ਦਫਾ ਸਿਆਣੇ ਦਾ ਕਹਿੰਦੇ ਦਵਾ ਜੀ ਕੀਤਾ ਕਰਾਇਆ ਬੰਦਾ ਉੱਥੋਂ ਦੀ ਟਰਾਈ ਕਰਦਾ ਰਾਤ ਨੂੰ, ਉਹ ਕੀ ਚੀਜ਼ ਹੁੰਦੀ ਆ? ਕਿਸੇ ਚੀਜ਼ ਦੀ ਘਾਟ ਹੈ ਜਾਂ ਕਾਹਤੋਂ ਆ ਇਹਨੂੰ ਦਵਾ ਕਹਿ ਦਿੰਦੇ ਆ ਪੰਜਾਬੀ ਚ। ਹਾਂ ਡਾਕਟਰ ਸਾਹਿਬ ਇਹ ਬੜੀ ਤਕੜੀ ਜਿਹੜੀ ਸਾਈਕੋਲੋਜੀਕਲ ਇਫੈਕਟ ਹੁੰਦਾ, ਦਬਾਅ ਮੰਨ ਜਾਂਦੇ ਨੇ ਕਈ ਵਾਰੀ ਰਾਤ ਨੂੰ। ਆਮ ਤੌਰ 'ਤੇ ਤਾਂ ਕਹਿੰਦੇ ਛਾਤੀ ਤੇ ਹੱਥ ਟਿਕ ਗਿਆ ਜੀ, ਉਦੋਂ ਦਬਾਅ ਆ ਗਿਆ, ਇੱਕਦਮ ਬੰਦਾ ਬੜਬੜਾ ਕੇ ਉੱਠਦਾ ਹੈ, ਕਈ ਵਾਰੀ ਉੱਠਿਆ ਹੀ ਨਹੀਂ ਜਾਂਦਾ, ਹੋਰ ਨਹੀਂ ਜਾਂਦਾ। ਇਹ ਦਬਾਅ ਫਿਰ ਬੰਦਾ ਟੂਣੇ ਟਾਮਣਾ 'ਚ ਪੈ ਜਾਂਦਾ ਜੀ। ਹਾਂ ਜੀ, ਕਈ ਤਰ੍ਹਾਂ ਦੀਆਂ ਇਹਦੇ ਵਿੱਚ ਚੀਜ਼ਾਂ ਹੁੰਦੀਆਂ ਨੇ। ਕਈ ਵਾਰ ਇਹ ਸਾਹ ਇੱਕਦਮ ਰੁਕਣਾ, ਜਿਹਨੂੰ ਕਿ ਅਸੀਂ ਐਪਨੀਆ ਹੋ ਜਾਂਦੇ ਨੇ, ਐਪਨਿਕ ਅਟੈਕਸ, ਇਹਦੇ ਵਿੱਚ ਵੀ ਇਹ ਹੋ ਜਾਂਦਾ ਜੇ। ਸਲੀਪ ਐਪਨੀਆ ਇੱਕ ਬਿਮਾਰੀ ਹੈ, ਜਿਹੜਾ ਡਾਕਟਰ ਕੋਲ ਚੈੱਕ ਕਰੋਗੇ ਤੇ ਉਹਦੀ ਦਵਾਈ ਹੈ, ਉਹ ਤਰੀਕਾ ਹੈ, ਜਿਵੇਂ ਤੁਹਾਨੂੰ ਸੌਣ ਦਾ ਢੰਗ ਸਿਖਾ ਦਿੰਦੇ ਨੇ, ਠੀਕ ਹੋ ਜਾਂਦਾ। ਰਾਤ ਵੇਲੇ ਤਲੀ ਚੀਜ਼ ਖਾਣ ਤੋਂ ਬਾਅਦ ਵੀ ਕਈ ਵਾਰ ਉਹ ਗੈਸ ਬਣਨ ਤੋਂ ਬਾਅਦ ਇਸ ਤਰ੍ਹਾਂ ਦਾ ਫਾਰਾ ਜਿਹਾ ਜੋ ਤੁਹਾਡੇ ਪ੍ਰੈਸ਼ਰ ਪਾ ਦਿੰਦਾ ਉੱਪਰ ਡਾਇਫਰਾਮ ਤੇ, ਤਾਂ ਵੀ ਇਸ ਤਰ੍ਹਾਂ ਦੀ ਫੀਲਿੰਗ ਸ਼ੁਰੂ ਹੋ ਸਕਦੀ ਹੈ। ਕੁਝ ਦਾ ਰਾਤ ਨੂੰ ਖਾਣਾ ਬਾਹਰ ਜਿਵੇਂ ਇਸੋਫੇਗਸ ਚੋਂ ਨਿਕਲਣਾ ਸ਼ੁਰੂ ਹੋ ਜਾਂਦਾ, ਉਹਦੇ ਕਰਕੇ ਵੀ ਰਿਗਰਜੀਟੇਸ਼ਨ ਕਾਰਨ ਇਸ ਤਰ੍ਹਾਂ ਦੀ ਜਲਨ ਤੇ ਇੱਕਦਮ ਛਾਤੀ ਤੇ ਭਾਰ ਜਿਹਾ ਮਹਿਸੂਸ ਹੋਣ ਲੱਗ ਜਾਂਦਾ। ਸੋ ਕਈ ਕਾਰਨ ਨੇ। ਮੇਰਾ ਖਿਆਲ ਹੈ ਜੇ ਆਪਾਂ ਕੋਧਰੇ ਦਾ ਸਮਾਂ ਬਹੁਤ ਥੋੜਾ ਰਹਿ ਗਿਆ, ਜੇ ਇਹਨੂੰ ਮੁਕਾ ਦਿਆਂ ਤੇ ਜਿਹੜੇ ਲੋਕ ਸਵਾਲ ਨਹੀਂ ਪੁੱਛ ਰਹੇ ਉਹ ਫਾਇਦਾ ਜ਼ਰੂਰ ਲੈਣਾ ਚਾਹਣਗੇ, ਕਿਉਂਕਿ ਇਹਦਾ ਬਹੁਤ ਕੁਝ ਜੇ ਡੀਜਨਰੇਟਿਵ ਰੋਗਾਂ ਵਿੱਚ ਇਹਦਾ ਬੜਾ ਕਮਾਲ ਦਾ ਫਾਇਦਾ ਜੇ ਯਾਦਾਸ਼ਤ ਭੁੱਲ ਰਹੀ ਹੋਵੇ ਤਾਂ ਇਹ ਵੀ ਸਟੱਡੀ ਪਬਲਿਸ਼ ਹੋ ਚੁੱਕੀ ਹੈ। ਜੇ ਕੋਧਰਾ ਰੈਗੂਲਰ ਖਾਧਾ ਜਾ ਰਿਹਾ ਹੈ ਤਾਂ ਇਹ ਯਾਦਾਸ਼ਤ ਜਿਹੜੀ ਘਟਦੀ ਹੀ ਨਹੀਂ, ਉਹ ਬੰਦਾ ਨੋਰਮਲ ਰਹਿ ਜਾਂਦਾ। ਇਸੇ ਤਰ੍ਹਾਂ ਡੀਜਨਰੇਟਿਵ ਜਿਹੜੀ ਅੱਖ ਦੀ ਨਜ਼ਰ ਜਾਂਦੀ ਹੈ, ਉਹਦੇ 'ਚ ਵੀ ਬਹੁਤ ਫਾਇਦਾ ਦੱਸਿਆ ਜੇ। ਫਿਰ ਵਾਲਾਂ ਲਈ 3375 ਰੁਪਏ ਦਾ ਹੇਅਰ ਆਇਲ ਇੱਥੇ ਆਪਣੇ ਇੰਡੀਆ 'ਚ ਮਿਲਦਾ ਜੇ, ਬਾਹਰ ਤਾਂ ਡਾਲਰਾਂ 'ਚ ਹੀ ਹੋਊਗਾ ਇੰਨਿਆਂ 'ਚ, ਜਿਹੜੀ ਕਿ ਇਹ ਸਰਕੂਲੇਸ਼ਨ ਬਲੱਡ ਵਿੱਚ ਜੋ ਸਕਿਨ 'ਚ ਵਧਾ ਦਿੰਦਾ, ਜਿਹਦੇ ਨਾਲ ਹੇਅਰ ਲਾਸ ਹੋ ਰਹੀ ਹੋਵੇ ਉਹਦੇ 'ਚ ਰੁਕ ਜਾਂਦਾ ਉਸ ਤੋਂ, ਯਾਨੀ ਅੱਗੇ ਨਹੀਂ ਹੁੰਦਾ। ਪਰ ਉਹਦੇ ਨਾਲੋਂ ਬਿਹਤਰ ਰਿਜ਼ਲਟਸ ਆਏ ਹੋਏ ਨੇ ਕੋਧਰਾ ਖਾ ਕੇ। ਸੋ ਨਾ ਇਹ ਤੇਲਾਂ ਤੂਲਾਂ 'ਚ ਪਵੇ ਮਹਿੰਗਿਆਂ 'ਚ। ਇਸੇ ਤਰ੍ਹਾਂ ਕੋਲਾਜਨ ਪ੍ਰੋਡਕਸ਼ਨ 'ਚ ਬੜੀ ਕਮਾਲ ਦਾ ਇਹਦਾ ਰੋਲ ਜੇ, ਜਿਸ ਵਿੱਚ ਭੈਣ ਜੀ ਸਮਾਂ ਮੈਨੂੰ ਇਜਾਜ਼ਤ ਨਹੀਂ ਦੇ ਰਿਹਾ ਹੁਣ। ਮੈਨੂੰ ਲੱਗਦਾ ਆਪਾਂ ਨੂੰ ਅਗਲੇ ਕੰਟੀਨਿਊ ਰੱਖਣਾ ਪਊਗਾ ਅਗਲੇ ਸੋਮਵਾਰ ਇਸ ਨੂੰ, ਤੇ ਆਪਾਂ ਕੁਐਸਚਨੇਰਾ ਵੀ ਜ਼ਿਆਦਾ ਲਈਏ ਅਗਲੇ ਸੋਮਵਾਰ। ਮੈਨੂੰ ਲੱਗਦਾ ਜੀ ਆਪਾਂ ਨੂੰ ਸਿਰਫ ਮੈਂ, ਕਿਉਂਕਿ ਆਪਾਂ ਜੇ ਕੰਪਾਈਲ ਕਰਨਾ ਤਾਂ 30 ਸੈਕਿੰਡ ਦੇ ਵਿੱਚ ਆਪਾਂ ਇਸ ਗੱਲ ਨੂੰ ਕੰਪਾਈਲ ਕਰ ਲਈਏ ਜੀ। ਮੈਂ ਬਸ ਇੰਨਾ ਹੀ ਕਹਿਣਾ ਕਿ ਜੇ ਤੁਸੀਂ ਝੁਰੜੀਆਂ ਪੈਣ ਤੋਂ ਰੋਕਣਾ, ਜੇ ਆਪਣੇ ਬਲੱਡ ਗਲੂਕੋਜ਼ ਮੇਨਟੇਨ ਰੱਖਣੀ ਹੈ, ਤਾਂ ਫਿਰ ਉਹਦੇ ਵਿੱਚ ਸੋਇਆਬੀਨ ਦਾ ਆਟਾ ਤੇ ਕੋਧਰੇ ਦਾ ਆਟਾ 30:70 ਦੀ ਰੇਸ਼ੋ 'ਚ ਮਿਲਾ ਕੇ ਬਣਾ ਕੇ ਬਿਸਕੁਟ ਭਾਵੇਂ ਰੱਖ ਲਓ, ਇਹ ਖਾਈ ਜਿਆ ਕਰੋ ਤੇ ਇਹਦੇ ਨਾਲ ਤੰਦਰੁਸਤ ਰਹੋ। ਮੇਰਾ ਖਿਆਲ ਹੈ ਕਿ ਇਸ ਤੋਂ ਬਾਅਦ ਸਮਾਂ ਨਹੀਂ, ਫਿਰ ਕਦੇ ਮੌਕਾ ਮਿਲਿਆ ਤਾਂ ਇਹਦਾ ਜ਼ਿਕਰ ਕਰਾਂਗੇ ਜੀ। ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ ਜੀ। ਸੋ ਪ੍ਰੋਗਰਾਮ ਸ਼ਮਾਦਾਨ ਨੂੰ ਮੈਨੂੰ ਇੱਥੇ ਹੀ ਸਮਾਪਤ ਕਰਨ ਦੀ ਆਗਿਆ ਦਿਓ। ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਸੋ ਜੁੜੇ ਰਹੋ ਰੇਡੀਓ ਪੰਜਾਬ ਟੁਡੇ।
ਸ਼ਮਾਦਾਨ।